Welcome back to another episode of The Mubarak Show. Every show is special in its own way. ਐਂਡ ਅੱਜ ਦਾ ਐਪੀਸੋਡ ਜੋ ਆਪਣਾ ਹੈ ਪੋਡਕਾਸਟ ਦਾ, ਇਹਨੂੰ ਤਾਂ ਮੈਂ ਬਹੁਤ ਹੀ ਜ਼ਿਆਦਾ ਸਪੈਸ਼ਲ ਕਹੂੰਗਾ ਕਿ ਉਹ ਕਿਸ ਤਰ੍ਹਾਂ ਦਾ ਉਹ ਮੌਕਾ ਸੀ ਜਦੋਂ ਉਹ ਸ਼ਹੀਦ ਹੋਏ ਐਂਡ ਉਸ ਟਾਈਮ ਦੇ ਦੌਰਾਨ ਉਹਨਾਂ ਦੇ ਜਿਹੜੇ ਸਾਥੀ ਸੀ ਉਹ ਤੁਹਾਨੂੰ ਕੁਝ ਦੱਸਦੇ ਹੋਣ ਉਸ ਟਾਈਮ ਬਾਰੇ ਐਂਡ ਦੈਨ ਹਾਊ ਡਿਡ ਯੂ ਗੈਟ ਟੂ ਨੋ ਅਬਾਊਟ ਇਟ। ਉਹ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਮੈਂ ਇਹਨਾਂ ਨੂੰ ਮਿਲੀ ਕਿਸ ਤਰ੍ਹਾਂ ਸੀਗੀ ਔਰ ਮੇਰਾ ਆਰਮੀ ਦੇ ਵਿੱਚ ਕਿਸ ਤਰ੍ਹਾਂ ਇੰਟਰੋਡਕਸ਼ਨ ਹੋਇਆ ਸੀਗਾ। ਸੋ ਮੈਂ ਇੱਕ ਸਿਵਲ ਬੈਕਗਰਾਊਂਡ ਨੂੰ ਬਿਲੋਂਗ ਕਰਦੀ ਸੀਗੀ, ਬਟ ਕਿਉਂਕਿ ਆਪਾਂ ਉਸ ਬੈਲਟ ਨੂੰ ਬਿਲੋਂਗ ਕਰਦੇ ਹਾਂ ਅੰਮ੍ਰਿਤਸਰ ਸਾਈਡ 'ਤੇ, ਜਿੱਥੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਫੌਜੀ ਹੁੰਦਾ ਸੀ। ਤਾਂ ਬਚਪਨ 'ਚ ਅਸੀਂ ਦੇਖਦੇ ਸੀ ਯੂਨੀਫਾਰਮ ਦੇ ਵਿੱਚ ਜਦੋਂ ਆਉਂਦੇ ਸੀਗੇ ਫੌਜੀ ਤਾਂ ਬੜਾ ਚੰਗਾ ਲੱਗਦਾ ਸੀਗਾ। ਉਹਨਾਂ ਨੇ ਕਿਹਾ ਕਿ ਕਿਸੇ ਵੱਡੇ ਨਾਲ ਗੱਲ ਕਰਾ ਦਿਓ, ਅਤੇ ਮੈਂ ਆਪਣੀ ਸਿਸਟਰ ਨਾਲ ਗੱਲ ਕਰਾਈ ਤਾਂ ਮੇਰੀ ਸਿਸਟਰ ਨੂੰ ਵੀ ਕਹਿੰਦੇ ਕਿ ਕੋਈ ਹੋਰ ਵੱਡਾ ਹੈਗਾ ਘਰ, ਤੇ ਉਹ ਕਹਿੰਦੀ ਮੈਂ ਹੀ ਵੱਡੀ ਹਾਂ ਜੀ। ਅਤੇ ਉਹਨਾਂ ਨੇ ਉਹਨਾਂ ਨੂੰ ਇਹ ਨਿਊਜ਼ ਦਿੱਤੀ ਕਿ ਅੱਜ ਸਵੇਰੇ ਇੱਕ ਐਨਕਾਊਂਟਰ ਹੋਇਆ ਹੈ, ਸੋ ਉਹਦੇ ਵਿੱਚ ਸਰ ਨੂੰ ਗੋਲੀ ਲੱਗੀ ਹੈ ਜੀ। ਸੋ ਉਹਨਾਂ ਨੇ ਹਮੇਸ਼ਾ ਗੱਲ ਕਰਨੀ ਕਿ ਫੌਜ ਇਜ਼ ਅ ਬਿਊਟੀਫੁਲ ਆਰਗੇਨਾਈਜੇਸ਼ਨ ਔਰ ਮੈਂ ਚਾਹੁੰਦਾ ਵਾਂ ਕਿ ਬੱਚੇ ਇਸੇ ਆਰਗੇਨਾਈਜੇਸ਼ਨ 'ਚ ਹੀ ਰੇਜ਼ ਕੀਤੇ ਜਾਣ। ਸੋ ਡੈਫੀਨੇਟਲੀ ਉਸ ਟਾਈਮ 'ਤੇ ਇੱਕ ਹਸਬੈਂਡ ਨੂੰ ਲੂਜ਼ ਕੀਤਾ ਤੁਸੀਂ ਰੀਸੈਂਟਲੀ, ਤੁਸੀਂ ਆਪਣਾ ਬੱਚਾ ਛੱਡਿਆ ਜਿਹੜਾ ਆਲਰੇਡੀ ਮਤਲਬ ਜਿਹਨੂੰ ਸ਼ਾਇਦ ਤੁਹਾਡੀ ਉਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰਤ ਸੀਗੀ, ਤਾਂ ਉਹ ਇੱਕ ਇਮੋਸ਼ਨਲੀ ਤਾਂ ਡੈਫੀਨੇਟਲੀ ਰਹਿੰਦਾ ਹੈ। ਮੇਰੇ ਹਿਸਾਬ ਨਾਲ ਤਾਂ ਵੀ ਹੌਬੀਜ਼ ਬਿਲਕੁਲ ਰੱਖਣੀਆਂ ਚਾਹੀਦੀਆਂ, ਕਿਉਂਕਿ ਇੱਕ ਲਾਈਫ ਦੇ ਵਿੱਚ ਲੁੱਕ ਫਾਰਵਰਡ, ਮਤਲਬ ਤੁਸੀਂ ਕੁਝ ਕਰਦੇ ਰਹੋ, ਬਿਲਕੁਲ ਘਰ ਨਾ ਬਹਿ ਜਾਓ ਕਿ ਮੈਂ ਰਿਟਾयर हो गई हाँ या रिटायर हो गया है तो बस ਹੁਣ मैं घर बह जा। कुछ ना कुछ हर चीज़ में हमारी थोड़ी सी वो टांग खींचना, मजाक करना, सब कुछ बहुत चलता रहता है। एंड अभी मैम ऑफ कैमरा है लेकिन फिर भी पीछे से इंस्ट्रक्शंस आ रही हैं। हाँ जी, बैकग्राउंड वाला वो ज़रूरी होता है। अगर मेरे पास फ़ोन होता तो फ़ोन पे मैसेजेस आ जाते। बैकग्राउंड मम्मा का होना पता चल जाता है। Tell us something about this book. Why, how did you end up writing this book, Cost of War? So the credit of it, as almost everything that I do, goes to mom. My dad used to write a lot. एंड मैं भी लिखती बहुत थी, बहुत सालों से लिखती आई हूँ, बट मैं दुनिया में कुछ भी डालना नहीं चाहती थी। Sure, I would like to read the very first poem that this book starts with. Okay, sure. This poem is written from the perspective of the soldier who's taking his last breath to the love of his life. In fact, हमारा ये इंटरव्यू डिले हुआ था क्योंकि मैं स्कूबा ड्राइविंग ट्रिप के लिए गई हुई थी। Okay, so ma'am was saying we are a little busy. जी, that was me. हाँ जी, I was in Thailand for a scuba driving trip. I have lost my father for a country that does not remember him. That pain, I'm sure बहुत शहीदों के बच्चों ने भी फेस किया होगा, क्योंकि कभी कभी हम भूल जाते हैं कि विक्ट्री के लिए हमने क्या क्या खोया है। But then there was this realization that yes, country remembers him. Country remembers him. Yeah. और reading and writing कभी खत्म भी नहीं हो सकती। कभी खत्म नहीं हो सकती, because it's what makes life beautiful. हाँ जी, सत श्री अकाल। Welcome back to another episode of The Mubarak Show. Every show is special in its own way. ਐਂਡ ਅੱਜ ਦਾ ਐਪੀਸੋਡ ਜੋ ਆਪਣਾ ਹੈ ਪੋਡਕਾਸਟ ਦਾ, ਇਹਨੂੰ ਤਾਂ ਮੈਂ ਬਹੁਤ ਹੀ ਜ਼ਿਆਦਾ ਸਪੈਸ਼ਲ ਕਹੂੰਗਾ। ਬਹੁਤ ਘੱਟ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਮੌਕੇ ਮਿਲਦੇ ਹੈ ਕਿ ਇੰਨੇ ਸਟਰੋਂਗ ਲੋਕਾਂ ਦੇ ਨਾਲ ਗੱਲਬਾਤ ਕਰੀਏ ਅਤੇ ਤੁਹਾਡੇ ਤੱਕ ਵੀ ਇਹੋ ਜਿਹੀ ਗੱਲਬਾਤ ਪਹੁੰਚਾਈਏ ਜਿਹਦੇ ਨਾਲ ਮੋਟੀਵੇਸ਼ਨ ਟਰਮ ਵੀ ਛੋਟੀ ਪੈ ਜਾਂਦੀ ਹੈ ਕਿ ਇਸ ਤੋਂ ਵੀ ਜ਼ਿਆਦਾ ਹੌਸਲਾ ਮਿਲਦਾ ਆਪਾਂ ਨੂੰ। ਵੀਰ ਨਾਰੀ ਉਹ ਟਰਮ ਜਿਹੜੀ ਉਹਨਾਂ ਫੀਮੇਲਸ ਦੇ ਲਈ ਯੂਜ਼ ਕੀਤੀ ਜਾਂਦੀ ਹੈ ਡਿਫੈਂਸ ਸਰਵਿਸਿਜ਼ ਦੇ ਵਿੱਚ ਜਿਨ੍ਹਾਂ ਦੇ ਸਪਾਊਸ ਸ਼ਹੀਦ ਹੋ ਜਾਂਦੇ ਆ। ਆਪਣੇ ਨਾਲ ਅੱਜ ਉਹ ਫਸਟ ਵੀਰ ਨਾਰੀ ਹੈਗੇ, ਆਈ ਵੋਂਟ ਸੇ ਫਸਟ ਵੀਰ ਨਾਰੀ, ਬਟ ਫਸਟ ਵੀਰ ਨਾਰੀ ਜਿਨ੍ਹਾਂ ਨੇ ਡਿਫੈਂਸ ਸਰਵਿਸਿਜ਼ ਜੁਆਇਨ ਕੀਤੀਆਂ, ਜਿਨ੍ਹਾਂ ਨੇ ਆਰਮੀ ਜੁਆਇਨ ਕੀਤੀ। ਵਜ੍ਹਾ ਇਹ ਬਣੀ ਕਿ ਮੇਜਰ ਸੁਖਵਿੰਦਰਜੀਤ ਸਿੰਘ ਰੰਧਾਵਾ ਉਹ ਸ਼ਹੀਦ ਹੋਏ 1997 ਦੇ ਵਿੱਚ। ਐਂਡ ਦੈਨ ਜਿਹੜੇ ਉਹਨਾਂ ਦੇ ਸਪਾਊਸ ਸੀ, ਉਹਨਾਂ ਦੇ ਵਾਈਫ ਸੀਗੇ ਜੋ ਇਸ ਟਾਈਮ ਆਪਣੇ ਨਾਲ ਹੈਗੇ ਹੈ, ਲੈਫਟੀਨੈਂਟ ਕਰਨਲ ਰਵਿੰਦਰਜੀਤ ਰੰਧਾਵਾ। ਉਸ ਟਾਈਮ ਉਹਨਾਂ ਦੀ ਡਾਟਰ ਸੀ 1 ਸਾਲ ਦੀ ਅਰਾਊਂਡ। ਤਾਂ ਉਹਨਾਂ ਨੇ ਉਸ ਟਾਈਮ ਡਿਸੀਜਨ ਲਿਆ ਕਿ ਭਾਵੇਂ ਹਸਬੈਂਡ ਸ਼ਹੀਦ ਹੋ ਗਏ ਪਰ ਮੈਂ ਆਰਮੀ ਹੀ ਜੁਆਇਨ ਕਰਨੀ ਹੈ। ਦੈਟ ਇਜ਼ ਹਾਊ ਦਿਸ ਵੀਰ ਨਾਰੀ ਜੁਆਇਨਡ ਆਰਮੀ ਐਂਡ ਦੈਨ ਸਾਰੀ ਆਪਣੀ ਜਿਹੜੀ ਲਾਈਫ ਸੀ ਉਹਨਾਂ ਨੇ ਆਰਮੀ ਨੂੰ ਹੀ ਡੈਡੀਕੇਟ ਕੀਤੀ, ਡਿਵੋਟ ਕੀਤੀ। ਐਂਡ ਨਾਓ ਸ਼ੀ ਇਜ਼ ਰਿਟਾਇਰਡ ਐਂਡ ਸਿਟਿੰਗ ਵਿਦ ਅਸ ਐਂਡ ਸ਼ੀ ਵਿਲ ਸਪੀਕ ਅ ਲੋਟ ਅਬਾਊਟ ਹਰ ਲਾਈਫ। ਐਂਡ ਅਲੋਂਗ ਵਿਦ ਦੈਟ ਵੀ ਹੈਵ ਹਰ ਡਾਟਰ ਐਜ਼ ਵੈਲ ਜੋ ਉਸ ਟਾਈਮ ਬਹੁਤ ਛੋਟੇ ਸੀ। ਨਾਓ ਸ਼ੀ ਨੋਜ਼ ਐਵਰੀਥਿੰਗ ਅਬਾਊਟ ਵਟ ਐਵਰ ਹੈਪਨਡ ਇਨ ਹਰ ਫੈਮਿਲੀ ਐਂਡ ਸ਼ੀ ਮਸਟ ਬੀ ਵੈਰੀ ਪ੍ਰਾਊਡ ਆਫ ਇਟ, ਆਈ ਐਮ ਸ਼ੋਰ। ਸਿਮਰਨ ਰੰਧਾਵਾ ਇਜ਼ ਦ ਨੇਮ
एंड राइट नाउ शी इज़ एन ऑथर ऑफ 3 books। एक बुक जो ऑलरेडी रिलीज़ हो चुकी है, एक बुक बहुत जल्दी सब ਦੇ रूबरू होने वाली है, ਤੇ ਤੀਸਰੀ ਬੁੱਕ ਜਿਹੜੀ ਹੈਗੀ ਹੈ ਉਹ ਹਜੇ ਪਾਈਪਲਾਈਨ 'ਚ ਹੈ, ਉਹ ਵੀ ਬਹੁਤ ਜਲਦੀ ਰਿਲੀਜ਼ ਹੋ ਜਾਊਗੀ। ਸੋ ਯੈਸ, ਸ਼ੀ ਇਜ਼ ਅ ਗ੍ਰੈਜੂਏਟ, ਸ਼ੀ ਇਜ਼ ਅ ਰਾਈਟਰ, ਐਂਡ ਆਪਾਂ ਇੱਕ ਡਾਟਰ ਦਾ ਪਰਸਪੈਕਟਿਵ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹ ਵੀ ਸ਼ੇਅਰ ਕਰਾਂਗੇ ਉਹਨਾਂ ਦੇ ਥਰੂ। ਸੋ ਦਿਸ ਇਜ਼ ਵਾਟ ਵੀ ਆਰ ਗੋਇੰਗ ਟੂ ਡਿਸਕਸ ਟੂਡੇ ਇਨ ਟੂਡੇਜ਼ ਐਪੀਸੋਡ। ਲੈਟਸ ਫਸਟ talk to Lieutenant Colonel Ravinderjeet Randhawa, and then we'll shift to her daughter Simran Randhawa. Ma'am, Mubarak ho for being on The Mubarak Show. Thank you so much for inviting me for this show, and ਅੱਜ ਆਪਾਂ ਬਹੁਤ ਦਿਲ ਦੀਆਂ ਗੱਲਾਂ ਕਰਾਂਗੇ ਇਸ ਸ਼ੋਅ ਦੇ ਉੱਪਰ। Thank you so much. Thank you ma'am, and it is really an honor to have you here. Thank you. ਬਹੁਤ ਸਾਰੇ ਲੋਕਾਂ ਦੇ ਨਾਲ ਮੁਲਾਕਾਤ ਹੁੰਦੀ ਹੈ, ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ, ਬਟ ਇਸ ਤਰ੍ਹਾਂ ਦੀ ਗੱਲਬਾਤ ਮੈਂ ਪਰਸਨਲ ਲੈਵਲ 'ਤੇ ਵੀ ਕਦੇ ਕਿਸੇ ਨਾਲ ਮੇਰੀ ਨਹੀਂ ਹੋਈ ਜੋ ਅੱਜ ਸਿੱਧਾ ਔਨ ਕੈਮਰਾ ਹੋਣ ਵਾਲੀ ਹੈ। ਤਾਂ ਸੈਂਸਿਟਿਵ ਗੱਲ ਵੀ ਹੈ, ਇਮੋਸ਼ਨਸ ਵੀ ਬਹੁਤ ਇੰਕਲੂਡਡ ਰਹਿਣ ਵਾਲੀਆਂ, ਬਟ ਐਟ ਦ ਸੇਮ ਟਾਈਮ ਜ਼ਰੂਰੀ ਵੀ ਹੈ ਸ਼ੇਅਰ ਕਰਨਾ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਕਿੰਨੇ ਹੌਸਲੇ ਦੇ ਨਾਲ ਜ਼ਿੰਦਗੀ ਜੀ ਜਾ ਸਕਦੀ ਹੈ। ਇਮੋਸ਼ਨਲ ਤੇ ਸੈਂਸਿਟਿਵ ਪੁਆਇੰਟ ਤੋਂ ਹੀ ਸ਼ੁਰੂ ਕਰ ਰਹੇ ਹਾਂ, ਬਟ ਇਟ ਇਜ਼ ਇੰਪੋਰਟੈਂਟ ਟੂ ਸਟਾਰਟ ਫਰਮ ਦੈਟ ਪੁਆਇੰਟ ਇਟਸੈਲਫ। ਸੋ ਯੂ ਲੋਸਟ ਯੂਰ ਹਸਬੈਂਡ ਮੇਜਰ ਸੁਖਵਿੰਦਰਜੀਤ ਸਿੰਘ ਰੰਧਾਵਾ। ਥੋੜਾ ਸਾਨੂੰ ਪਹਿਲਾਂ ਤਾਂ ਸਭ ਨਾਲ ਇਹ ਸ਼ੇਅਰ ਕਰੋ ਕਿ ਉਸ ਟਾਈਮ ਕੀ ਹੋਇਆ, ਕਿ ਉਹ ਕਿਸ ਤਰ੍ਹਾਂ ਦਾ ਉਹ ਮੌਕਾ ਸੀ ਜਦੋਂ ਉਹ ਸ਼ਹੀਦ ਹੋਏ, ਐਂਡ ਉਸ ਟਾਈਮ ਦੇ ਦੌਰਾਨ ਉਹਨਾਂ ਦੇ ਜਿਹੜੇ ਸਾਥੀ ਸੀ ਉਹ ਤੁਹਾਨੂੰ ਕੁਝ ਦੱਸਦੇ ਹੋਣ ਉਸ ਟਾਈਮ ਬਾਰੇ, ਐਂਡ ਦੈਨ ਹਾਊ ਡਿਡ ਯੂ ਗੈਟ ਟੂ ਨੋ ਅਬਾਊਟ ਇਟ। ਉਹ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਮੈਂ ਇਹਨਾਂ ਨੂੰ ਮਿਲੀ ਕਿਸ ਤਰ੍ਹਾਂ ਸੀਗੀ ਔਰ ਮੇਰਾ ਆਰਮੀ ਦੇ ਵਿੱਚ ਕਿਸ ਤਰ੍ਹਾਂ ਇੰਟਰੋਡਕਸ਼ਨ ਹੋਇਆ ਸੀਗਾ। ਸੋ ਮੈਂ ਇੱਕ ਸਿਵਲ ਬੈਕਗਰਾਊਂਡ ਨੂੰ ਬਿਲੋਂਗ ਕਰਦੀ ਸੀਗੀ, ਬਟ ਜੋ ਕਿ ਆਪਾਂ ਉਸ ਬੈਲਟ ਨੂੰ ਬਿਲੋਂਗ ਕਰਦੇ ਹਾਂ ਅੰਮ੍ਰਿਤਸਰ ਸਾਈਡ 'ਤੇ, ਜਿੱਥੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਫੌਜੀ ਹੁੰਦਾ ਸੀ। ਤਾਂ ਬਚਪਨ 'ਚ ਅਸੀਂ ਦੇਖਦੇ ਸੀ ਯੂਨੀਫਾਰਮ ਦੇ ਵਿੱਚ ਜਦੋਂ ਆਉਂਦੇ ਸੀਗੇ ਫੌਜੀ, ਤਾਂ ਬੜਾ ਚੰਗਾ ਲੱਗਦਾ ਸੀਗਾ। ਸੋ ਉਸ ਤੋਂ ਬਾਅਦ ਮੇਰੇ ਫਾਦਰ ਜਿਹੜੇ ਸੀਗੇ ਉਹ ਟੂਰਿਜ਼ਮ ਸੀਗੇ, ਪੰਜਾਬ ਟੂਰਿਜ਼ਮ ਸੀਗੇ, ਅਤੇ ਅਸੀਂ ਪੰਜਾਬ ਦੇ ਵਿੱਚ ਹਰ ਜਗ੍ਹਾ 'ਤੇ ਘੁੰਮਦੇ ਰਹੇ, ਉਹਨਾਂ ਦੇ ਨਾਲ ਰਹੇ। ਅਤੇ ਫਾਈਨਲੀ ਮੈਂ ਜਿਹੜੀ ਆਪਣੀ ਗ੍ਰੈਜੂਏਸ਼ਨ ਕੀਤੀ ਉਹ ਚੰਡੀਗੜ੍ਹ ਤੋਂ ਕੀਤੀ ਸੀ, ਸੈਕਟਰ 11 GCG ਤੋਂ। ਸੋ ਉਸ ਤੋਂ ਬਾਅਦ ਅਸੀਂ ਇੱਥੇ ਮੋਹਾਲੀ ਹੀ ਸੈਟਲ ਹੋ ਗਏ ਸੀਗੇ ਬ੍ਰਦਰ ਦੇ ਕੋਲ। ਅਤੇ ਫਿਰ ਜਦੋਂ ਗ੍ਰੈਜੂਏਸ਼ਨ ਹੋਈ ਤਾਂ ਫਿਰ ਭਾਲ ਸ਼ੁਰੂ ਹੋਈ ਕਿ ਇਹਦਾ ਵਿਆਹ ਕਰਨਾ ਚਾਹੀਦਾ ਹੈ। ਸੋ ਨਿਊਜ਼ਪੇਪਰ ਦੇ ਵਿੱਚ ਕੱਢਿਆ ਅਤੇ ਇਹਨਾਂ ਦਾ ਪ੍ਰਪੋਜ਼ਲ ਆਇਆ, ਸੁਖਵਿੰਦਰ ਦਾ ਪ੍ਰਪੋਜ਼ਲ ਆਇਆ। ਸੋ ਸ਼ਾਰਟ ਲਿਸਟ ਕਰਕੇ ਇਹਨਾਂ ਨੂੰ ਇੱਕ ਗੱਲਬਾਤ ਹੋਈ ਇਹਨਾਂ ਨਾਲ, ਅਤੇ ਇਹ ਸਾਡੀ ਮਤਲਬ ਪਹਿਲੇ ਸੀਗਾ ਜਿਹਨਾਂ ਸਾਡੇ ਘਰ ਦੇ ਵਿੱਚ ਇੱਕ ਫੌਜੀ ਆਇਆ ਹੋਏਗਾ। ਸੋ ਐਨੀਵੇ ਸਾਡਾ ਕੋਰਟਸ਼ਿਪ ਪੀਰੀਅਡ ਚੱਲਿਆ, ਐਂਡ 94 ਦੇ ਵਿੱਚ ਸਾਡੀ ਅਕਤੂਬਰ 94 ਦੇ ਵਿੱਚ ਸ਼ਾਦੀ ਹੋ ਗਈ, ਐਂਡ ਸ਼ਾਦੀ ਕਰਕੇ ਪਹਿਲੀ ਯੂਨਿਟ ਜਿਹੜੀ ਸੀ ਉਹ ਫਰੀਦਕੋਟ ਸੀਗੀ। ਓਕੇ ਜੀ। ਸੋ ਉਹ ਮੇਰਾ ਫੌਜ ਦੇ ਵਿੱਚ ਇੱਕ ਪਹਿਲਾ ਇੰਟਰੋਡਕਸ਼ਨ ਸੀਗਾ। ਜਦੋਂ ਅਸੀਂ ਫੌਜ ਦੇ ਵਿੱਚ ਗਏ, ਜਾਂ ਮੈਂ ਕੰਟੋਨਮੈਂਟ ਦੇਖਿਆ, ਜਾਂ ਮੈਂ ਇੱਕ ਡਿਸਿਪਲਿਨਡ ਲਾਈਫ ਦੇਖੀ। ਸੋ ਬੜਾ ਚੰਗਾ ਲੱਗਾ, ਹਰ ਪਾਸੇ ਫੌਜੀ, ਐਂਡ ਸਾਰਾ ਅੱਛਾ ਲੱਗਾ ਕਿ ਗ੍ਰੀਨਰੀ ਸਭ ਕੁਝ, ਮਤਲਬ ਐਵਰੀਥਿੰਗ ਵਾਸ ਟੂ ਗੁੱਡ। ਮੈਮ, ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੀ ਸਟੋਰੀ ਨਾਲ ਅੱਗੇ ਵਧੀਏ, ਹਾਂਜੀ, ਔਨ ਕੈਮਰਾ ਪਹਿਲੀ ਵਾਰ ਗੱਲਬਾਤ ਕਰਨ ਦਾ ਇਹੀ ਇੱਕ ਐਕਸਾਈਟਮੈਂਟ ਹੁੰਦੀ ਹੈ, ਇਹੀ ਮਜ਼ਾ ਹੁੰਦਾ। ਹਾਂਜੀ, ਮੇਰੇ ਨਾਨਕੇ ਫਰੀਦਕੋਟ ਹੈ। ਸੋ ਬੜਾ ਚੰਗਾ ਲੱਗਦਾ ਜਦੋਂ ਗੱਲਾਂ ਚੋਂ ਗੱਲਾਂ ਇੰਨੀ ਦੁਨੀਆ ਨੂੰ ਛੋਟੀ ਬਣਾ ਦਿੰਦੀਆਂ। ਬਿਲਕੁਲ ਬਿਲਕੁਲ ਜੀ, ਪਲੀਜ਼ ਮੈਮ। ਸੋ 94 'ਚ ਸਾਡੀ ਸ਼ਾਦੀ ਹੋਈ। ਸੋ ਅਸੀਂ ਪਹਿਲੀ ਯੂਨਿਟ ਉੱਤੇ, ਮਤਲਬ ਇਹਨਾਂ ਦੀ ਮੇਰੀ ਮੈਰਿਜ ਤੋਂ ਬਾਅਦ ਇਹ ਪਹਿਲੀ ਯੂਨਿਟ ਸੀਗੀ ਇਹਨਾਂ ਦੇ ਨਾਲ। ਸੋ 95 ਦੇ ਵਿੱਚ, ਨਵੰਬਰ 95 ਦੇ ਵਿੱਚ ਮੇਰੀ ਬੇਟੀ ਹੋਈ। ਅਤੇ ਉਸ ਤੋਂ ਬਾਅਦ ਜਦੋਂ ਇਹ ਸਿਮਰਨ 1 ਸਾਲ ਦੀ ਸੀਗੀ ਅਤੇ ਇਹਨਾਂ ਦੀ ਪੋਸਟਿੰਗ 2 RR ਆ ਗਈ, ਸ਼੍ਰੀਨਗਰ ਜਿਹੜੀ ਸੀ, 2 2nd ਬਟਾਲੀਅਨ ਆਫ ਰਾਸ਼ਟਰ ਰਾਈਫਲ। ਉਹ ਸ਼੍ਰੀਨਗਰ ਸੀਗੀ, ਅਨੰਤਨਾਗ ਜ਼ਿਲ੍ਹੇ ਦੇ ਵਿੱਚ, ਸ਼ੋਫੀਆਂ ਦੇ ਲਾਗੇ ਬੰਨੇ। ਸੋ ਇਹਨਾਂ ਨੂੰ ਉੱਥੇ ਜਾਣਾ ਪਿਆ ਸਿਮਰਨ ਦਾ ਬਰਥਡੇ ਮਨਾ ਕੇ। ਇਹ ਮੇਰੇ ਖਿਆਲ ਦਸੰਬਰ 'ਚ ਚਲੇ ਗਏ ਸੀਗੇ, ਦਸੰਬਰ 96 ਦੇ ਵਿੱਚ। ਸੋ ਉਸ ਤੋਂ ਬਾਅਦ ਇੱਕ ਅੱਧੀ ਵਾਰ ਵਿੱਚੋਂ ਛੁੱਟੀ 'ਤੇ ਆਏ ਹੋਣਗੇ, ਅਤੇ ਮੈਂ ਉਦੋਂ ਆਪਣੀ ਸਿਸਟਰ ਨਾਲ ਮੂਵ ਕਰ ਗਈ ਸੀ, ਕਿਉਂਕਿ ਮੇਰੀ ਬੇਟੀ ਪ੍ਰੀ ਮੈਚਿਓਰ ਸੀਗੀ ਔਰ ਬਹੁਤ ਛੋਟੀ ਸੀਗੀ। ਸੋ ਮੇਰੇ ਹਸਬੈਂਡ ਨੂੰ ਇਹ ਲੱਗਾ ਕਿ ਨਾਲ ਕੋਈ ਵੱਡਾ ਹੋਣਾ ਚਾਹੀਦਾ ਹੈ। ਸੋ ਮੈਂ ਆਪਣੀ ਸਿਸਟਰ ਕੋਲ ਜਲੰਧਰ ਮੂਵ ਕਰ ਗਈ ਸੀ, ਅਤੇ ਮੈਂ ਉਹਨਾਂ ਦੇ ਕੋਲ ਹੀ ਰਹਿ ਰਹੀ ਸੀਗੀ। ਸੋ ਵਿੱਚੋਂ ਇੱਕ ਅੱਧੀ ਵਾਰ ਛੁੱਟੀ 'ਤੇ ਆਏ ਹੋਣਗੇ, ਕਿਉਂਕਿ ਫਿਰ ਜੂਨ, ਜਦੋਂ 17 ਜੂਨ ਨੂੰ ਸਵੇਰੇ ਇੱਕ ਕਾਲ ਆਉਂਦਾ ਹੈ। ਮੇਰੀ ਸਿਸਟਰ ਦੇ ਹਸਬੈਂਡ ਵੀ ਬਾਹਰ ਹੀ ਸੀਗੇ, ਅਤੇ ਉਹਨਾਂ ਦੀਆਂ 2 ਬੇਟੀਆਂ ਅਤੇ ਮੈਂ ਅਤੇ ਮੇਰੀ ਇੱਕ ਬੇਟੀ, ਅਸੀਂ ਸਾਰੇ ਘਰ ਸੀਗੇ। ਅਤੇ ਉਹਨਾਂ ਨੇ ਕਿਹਾ ਕਿ ਕਿਸੇ ਵੱਡੇ ਨਾਲ ਗੱਲ ਕਰਾ ਦਿਓ। ਅਤੇ ਮੈਂ ਆਪਣੀ ਸਿਸਟਰ ਨਾਲ ਗੱਲ ਕਰਾਈ, ਤਾਂ ਮੇਰੀ ਸਿਸਟਰ ਨੂੰ ਵੀ ਕਹਿੰਦੇ ਕਿ ਕੋਈ ਹੋਰ ਵੱਡਾ ਹੈਗਾ ਘਰ, ਅਤੇ ਉਹ ਕਹਿੰਦੀ ਮੈਂ ਹੀ ਵੱਡੀ ਹਾਂ। ਅਤੇ ਉਹਨਾਂ ਨੂੰ ਇਹ ਨਿਊਜ਼ ਦਿੱਤੀ ਕਿ ਅੱਜ ਸਵੇਰੇ ਇੱਕ ਐਨਕਾਊਂਟਰ ਹੋਇਆ ਹੈ। ਸੋ ਉਹਦੇ ਵਿੱਚ ਸਰ ਨੂੰ ਗੋਲੀ ਲੱਗੀ ਹੈ।
ਸੋ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਚੰਡੀ ਮੰਦਿਰ ਸ਼ਿਫਟ ਕਰ ਰਹੇ ਹਾਂ, ਹੀ ਇਜ਼ ਓਕੇ, ਤੇ ਤੁਸੀਂ ਚੰਡੀ ਮੰਦਿਰ ਆ ਜਾਓ ਫਟਾਫਟ। ਸੋ ਬਟ ਫਿਰ ਬਾਅਦ ਵਿੱਚ ਸ਼ਾਇਦ ਮੇਰੀ ਸਿਸਟਰ ਨੂੰ ਹਿੰਟ ਹੋ ਗਿਆ ਸੀਗਾ ਕਿ ਕੁਝ ਗੜਬੜ ਹੈ, ਬਟ ਮੈਨੂੰ ਨਹੀਂ ਸੀ ਦੱਸਿਆ ਗਿਆ। ਸੋ ਅਸੀਂ ਫਟਾਫਟ ਚੰਡੀਗੜ੍ਹ ਨੂੰ ਮੂਵ ਕੀਤੇ। ਉਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਜਿਹਾ ਇਸ਼ੂ ਹੁੰਦਾ ਸੀਗਾ ਟਰਾਂਸਪੋਰਟੇਸ਼ਨ ਦਾ, ਸਾਰਾ ਕੁਛ ਮੇਬੀ 97 ਦੇ ਵਿੱਚ। ਸੋ ਜਦ ਤੱਕ ਅਸੀਂ ਘਰ ਪਹੁੰਚੇ ਤਦ ਤੱਕ ਸਾਨੂੰ ਰਿਅਲਾਈਜ਼ ਹੋ ਗਿਆ ਸੀਗਾ ਕਿ ਉਹ ਨਹੀਂ ਹੈ ਜੀ। ਸੋ ਪਰ ਫਿਰ ਬੋਡੀ ਆਉਂਦੇ ਆਉਂਦੇ 2 ਦਿਨ ਲੱਗੇ। ਸੋ 19 ਜੂਨ ਨੂੰ ਬੋਡੀ ਆਈ ਐਂਡ ਦੈਟ ਇਜ਼ ਹਾਊ। ਸੋ ਓਕੇ। ਸੋ ਮੈਮ ਆਫ ਕੋਰਸ ਬਹੁਤ ਜ਼ਿਆਦਾ ਡਿਫਿਕਲਟ ਫੇਜ਼ ਹੁੰਦਾ ਹੈ ਉਹ ਜਿਹੜਾ ਹੁੰਦਾ, ਬਟ ਉਸ ਡਿਫਿਕਲਟ ਫੇਜ਼ ਦੇ ਵਿੱਚੋਂ ਨਿਕਲ ਕੇ ਜਦੋਂ ਪੇਰੈਂਟਸ ਇਹ ਸੋਚਦੇ ਆ ਕਿ ਹਜੇ ਯੰਗ ਏਜ ਹੈ, ਜ਼ਿੰਦਗੀ ਅੱਗੇ ਵਧਾਈ ਜਾਵੇ, ਉਸ ਟਾਈਮ ਇਹ ਹੌਸਲਾ ਰੱਖਣਾ ਤੇ ਇਹ ਸੋਚਣਾ ਕਿ ਮੈਂ ਆਰਮੀ ਜੁਆਇਨ ਕਰਨੀ ਹੈ, ਥੋੜਾ ਉਹ ਥਾਟ ਪ੍ਰੋਸੈਸ ਦੱਸੋਗੇ ਆਪਣਾ? ਉਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਫੌਜ ਦੀ ਰਿਸਪੈਕਟ ਬਚਪਨ ਤੋਂ ਹੀ ਸੀਗੀ ਕਿਉਂਕਿ ਉਸ ਏਰੀਆ ਨੂੰ ਬਿਲੋਂਗ ਕਰਦੇ। ਫਿਰ ਜਦੋਂ ਮੇਰੀ ਸ਼ਾਦੀ ਹੋਈ, ਜੋ ਮੈਂ ਇੱਥੇ ਦੇਖਿਆ, ਪਲੱਸ ਮੇਰੇ ਹਸਬੈਂਡ ਜਿਹੜੇ ਸੀਗੇ ਉਹ ਆਲਰੇਡੀ ਮਤਲਬ ਫੌਜ ਸੀਗੇ ਔਰ ਇੱਕ ਫੌਜੀ ਦੇ ਹੀ ਬੇਟੇ ਸੀਗੇ ਉਹ ਵੀ। ਸੋ ਉਹਨਾਂ ਨੇ ਹਮੇਸ਼ਾ ਗੱਲ ਕਰਨੀ ਕਿ ਫੌਜ ਇਜ਼ ਅ ਬਿਊਟੀਫੁਲ ਆਰਗੇਨਾਈਜੇਸ਼ਨ ਔਰ ਮੈਂ ਚਾਹੁੰਦਾ ਵਾਂ ਕਿ ਬੱਚੇ ਇਸੇ ਆਰਗੇਨਾਈਜੇਸ਼ਨ 'ਚ ਹੀ ਰੇਜ਼ ਕੀਤੇ ਜਾਣ, ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਫੌਜੀ ਬੱਚਿਆਂ ਨੂੰ। ਲਾਈਕ ਉਹਨਾਂ ਦਾ ਸਭ ਕੁਛ ਡਿਵੈਲਪਮੈਂਟ ਬਹੁਤ, ਮਤਲਬ ਇਹ ਨਹੀਂ ਕਿ ਬਾਕੀ ਥਾਂ 'ਤੇ ਨਹੀਂ ਹੁੰਦਾ, ਬਟ ਦਿਸ ਇਜ਼ ਵਾਟ ਹਿਜ਼ ਫੀਲਿੰਗ ਵਾਜ਼। ਸੋ ਫਿਰ ਮੈਂ ਆਪਣੇ ਫਾਦਰ ਇਨ ਲਾਅ ਨਾਲ ਗੱਲ ਕੀਤੀ ਕਿ ਮੈਂ ਫੌਜ ਜੁਆਇਨ ਕਰਨਾ ਚਾਹੁੰਦੀ ਹਾਂ। ਅਤੇ ਤਦ ਉਹਨਾਂ ਨੇ ਮੈਨੂੰ ਦੱਸਿਆ ਕਿ ਫੌਜ ਦੇ ਵਿੱਚ ਲੇਡੀਜ਼ ਤਾਂ ਹੈਗੀਆਂ ਹੈ, ਬਟ ਉਹਨਾਂ ਦੇ ਕ੍ਰਾਈਟੀਰੀਆਜ਼ ਹੈ ਕਿ ਏਜ ਲਿਮਿਟ ਹੈ, ਮੈਰਿਟਲ ਸਟੇਟਸ ਹੈ ਕਿ ਉਹ ਅਨਮੈਰਿਡ ਹੋਣਗੀਆਂ, 25 ਈਅਰਸ ਹੋਣਗੀਆਂ। ਸੋ ਅਸੀਂ ਚੰਡੀ ਮੰਦਿਰ ਅਪਰੋਚ ਕੀਤਾ ਅਤੇ ਮੈਨੂੰ ਇੱਕ ਆਪਸ਼ਨ ਦਿੱਤੀ ਗਈ ਕਿ ਤੁਸੀਂ ਚੰਡੀ ਮੰਦਿਰ ਇੱਕ ਕਲੈਰੀਕਲ ਪੋਸਟ ਖਾਲੀ ਹੈ, ਤੁਸੀਂ ਇੱਥੇ ਆ ਜਾਓ। ਓਕੇ। ਸੋ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਕਲੈਰੀਕਲ ਤੇ ਨਹੀਂ ਰਵਾਂਗੀ, ਐਜ਼ ਐਨ ਆਫਿਸਰ ਹੀ ਜਾਵਾਂਗੀ। ਸੋ ਫਿਰ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਅਫਸਰ ਸੀਗੇ ਜਿਹੜੇ ਸ਼ਹੀਦ ਹੋਏ ਸੀਗੇ, ਮੇਜਰ ਗੁਰਮੀਤ, ਅਤੇ ਉਹਨਾਂ ਦੀ ਵਾਈਫ ਵੀ ਚੰਡੀਗੜ੍ਹ ਹੀ ਬਿਲੋਂਗ ਕਰਦੀ ਸੀ, ਸਬੀਨਾ ਸਿੰਘ। ਅਤੇ ਮੈਂ ਅਤੇ ਸਬੀਨਾ ਦੋਨਾਂ ਨੇ ਡਿਸਾਈਡ ਕੀਤਾ ਆਰਮੀ ਜੁਆਇਨ ਕਰਨ ਦਾ। ਐਂਡ ਤਦ ਅਸੀਂ ਡਿਫੈਂਸ ਮਿਨਿਸਟਰ ਨੂੰ ਮਿਲੇ, ਫਿਰ ਅਸੀਂ ਮਿਸਿਸ ਰੰਜਨਾ ਮਲਿਕ ਨੂੰ ਮਿਲੇ। ਜਨਰਲ ਮਲਿਕ ਨੇ ਹਾਲੇ ਟੇਕ ਓਵਰ ਹੀ ਕੀਤਾ ਸੀਗਾ, ਮੇਰੇ ਖਿਆਲ 2-3 ਮਹੀਨੇ ਹੀ ਹੋਏ ਸੀ ਉਹਨਾਂ ਨੂੰ ਚੀਫ ਟੇਕ ਓਵਰ ਕੀਤੇ, ਅਤੇ ਮਿਸਿਸ ਰੰਜਨਾ ਮਲਿਕ ਦੇ ਆਫਿਸ 'ਚ ਗਏ। ਸੋ ਉਹਨਾਂ ਲਈ ਵੀ ਇੱਕ ਨਵਾਂ ਸੀਗਾ ਇਹ ਕਿ ਇਹਦਾ ਵੇਵ ਆਫ ਲੈਣਾ, ਮਿਨਿਸਟਰੀ ਆਫ ਡਿਫੈਂਸ ਤੋਂ ਸਟੇਟਮੈਂਟ ਆਫ ਕੇਸ, ਇੱਕ ਆਪਣਾ ਪ੍ਰੋਸੀਜਰ ਇਸ ਚੀਜ਼ ਦਾ, ਕਿਉਂਕਿ ਸਾਡੀ ਏਜ 2-3 ਸਾਲ ਉੱਪਰ ਸੀਗੀ, ਮੈਰਿਡ ਸੀਗੇ, ਬੱਚੇ ਸੀਗੇ ਦੋਨਾਂ ਦੇ। ਬਟ ਮਿਸਿਸ ਰੰਜਨਾ ਮਲਿਕ ਨੇ ਇਹ ਕੇਸ ਟੇਕਅਪ ਕੀਤਾ। ਉਹਨਾਂ ਨੇ ਡਿਫੈਂਸ ਮਿਨਿਸਟਰੀ ਨਾਲ ਗੱਲ ਕਰਕੇ ਸਾਰਾ ਕੁਝ ਸਟੇਟਮੈਂਟ ਆਫ ਕੇਸ ਕਰਕੇ ਉਹਨਾਂ ਨੇ ਏਜ ਐਂਡ ਮੈਰਿਟਲ ਸਟੇਟਸ ਵੇਵ ਆਫ ਕਰਵਾਇਆ। ਓਕੇ। ਸੋ ਜੂਨ 'ਚ ਇਸ ਤਰ੍ਹਾਂ ਹੋਇਆ ਸੀਗਾ, ਜੂਨ 'ਚ ਲਾਈਕ ਆਈ ਲੋਸਟ ਮਾਈ ਹਸਬੈਂਡ ਐਂਡ ਡਿਸੰਬਰ ਦੇ ਵਿੱਚ ਮੈਂ SSB ਕਲੀਅਰ ਕਰ ਲਈ ਸੀ, ਮੈਂ ਤੇ ਸਬੀਨਾ ਦੋਨਾਂ ਨੇ। ਓਕੇ। ਐਂਡ ਮਾਰਚ 98 ਦੇ ਵਿੱਚ ਅਸੀਂ ਅਕੈਡਮੀ ਚਲੇ ਗਏ ਸੀਗੇ ਦੋਨੋਂ। ਓਕੇ। ਤੇ ਮੈਮ ਅਗੇਨ ਆਰਮੀ ਦੀ ਜਿਹੜੀ ਲਾਈਫ ਹੈਗੀ ਹੈ ਉਹ ਤਾਂ ਬਿਲਕੁਲ ਹੀ ਇੱਕ ਡਿਫਰੈਂਟ ਲਾਈਫ ਰਹਿੰਦੀ ਹੈ। ਹਾਂਜੀ। ਇੱਕ ਵਾਈਫ ਦੀ ਤਰ੍ਹਾਂ ਆਰਮੀ 'ਚ ਇੰਟਰੋਡਿਊਸ ਹੋਣਾ ਅਤੇ ਉਸ ਤੋਂ ਬਾਅਦ ਵਿੱਚ ਖੁਦ ਐਜ਼ ਆਫਿਸਰ SSB ਕਲੀਅਰ ਕਰਕੇ ਅੱਗੇ ਜਾਣਾ, ਆਫ ਕੋਰਸ ਇਹ ਬਿਲਕੁਲ ਡਿਫਰੈਂਟ ਲਾਈਫ ਸਟਾਈਲਸ ਹੈਗੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ। ਤਾਂ ਜਦੋਂ ਤੁਸੀਂ ਹੁਣ ਉਦੋਂ ਕਮਿਸ਼ਨ ਹੋ ਕੇ ਅੱਗੇ ਗਏ, SSB ਕਲੀਅਰ ਹੋਇਆ, ਟ੍ਰੇਨਿੰਗ ਕੀਤੀ, ਆਰਮੀ ਜੁਆਇਨ ਕੀਤੀ, ਵਾਟਸ ਦ ਡਿਫਰੈਂਸ ਦੈਟ ਯੂ ਫੈਲਟ? ਟ੍ਰੇਨਿੰਗ ਦੇ ਵਿੱਚ ਮੈਂ 2 ਇੰਸੀਡੈਂਟਸ ਦੱਸਣਾ ਚਾਹਾਂਗੀ। ਜਿੱਦਾਂ ਸਟਾਰਟਿੰਗ ਦੇ ਵਿੱਚ ਮਤਲਬ ਇੱਕ ਰਗੜਾ ਹੁੰਦਾ ਹੈ ਸਾਡਾ ਆਰਮੀ ਦੇ ਵਿੱਚ, ਇੱਕ ਸੌਰਟ ਆਫ ਟ੍ਰੇਨਿੰਗ ਹੈ, ਪਾਰਟ ਆਫ ਟ੍ਰੇਨਿੰਗ ਹੈ। ਸੋ ਜਦੋਂ ਫਸਟ ਟਾਈਮ ਲਾਈਕ ਉਹ ਰਗੜਾ ਹੋਇਆ ਤਾਂ ਮੈਨੂੰ ਬਹੁਤ ਬੁਰਾ ਲੱਗਾ, ਕਿਉਂਕਿ ਉਸ ਟਾਈਮ ਮੇਰੇ ਮੈਂਟਲ ਸ਼ਾਇਦ ਇਹ ਸੀਗਾ ਕਿ ਮੈਂ ਆਰਮੀ ਅਫਸਰ ਦੀ ਵਾਈਫ ਹਾਂ। ਉਹ ਇੱਕ ਕੈਡੇਟ ਬਣਨ ਨੂੰ ਮੈਨੂੰ ਥੋੜ੍ਹਾ ਜਿਹਾ ਟਾਈਮ ਲੱਗਾ, ਲਾਈਕ 15-20 ਦਿਨ ਲੱਗੇ ਹੋਣੇ ਨੇ ਉਸ ਆਪਣੇ ਆਪ ਨੂੰ, ਕਿਉਂਕਿ ਟ੍ਰੇਨਿੰਗ ਹੀ 6 ਮਹੀਨੇ ਦੀ ਸੀ। ਹੁਣ ਤੁਸੀਂ ਜ਼ਿਆਦਾਤਰ ਨੂੰ ਲਿੰਗਰ ਔਨ ਨਹੀਂ ਕਰ ਸਕਦੇ। ਸੋ ਥੋੜ੍ਹਾ ਜਿਹਾ ਟਾਈਮ ਲੱਗਾ, 15-20 ਦਿਨ, ਕਿ ਪਹਿਲਾਂ ਜਿੱਦਾਂ ਤੁਹਾਨੂੰ ਜਿਸ ਹਿਸਾਬ ਨਾਲ ਤੁਹਾਡੀ ਟ੍ਰੇਨਿੰਗ, ਤੁਹਾਡਾ ਰਗੜਾ ਹੋਇਆ, ਤਾਂ ਮੈਨੂੰ ਥੋੜ੍ਹਾ ਜਿਹਾ ਸ਼ੌਕ ਲੱਗਾ ਕਿ ਬਈ ਮੈਂ ਤਾਂ ਆਰਮੀ ਅਫਸਰ ਦੀ ਵਾਈਫ ਹਾਂ। ਬਟ ਦੈਨ ਐਨੀਵੇ ਮਤਲਬ ਚੂੰਕਿ ਫਿਜ਼ੀਕਲ ਸਾਡੇ ਘਰ ਦੇ ਵਿੱਚ ਸਾਰੇ ਐਥਲੀਟ ਸੀਗੇ, ਤਾਂ ਫਿਜ਼ੀਕਲ ਦਾ ਕੋਈ ਆਸਪੈਕਟ ਨਹੀਂ ਸੀ, ਫਿਜ਼ੀਕਲ ਟ੍ਰੇਨਿੰਗ ਦਾ ਕੋਈ ਆਸਪੈਕਟ ਨਹੀਂ ਸੀਗਾ। ਉਹ ਤੋਂ ਬਾਅਦ ਸਾਡੀ ਇੱਕ ਲੇਡੀ ਇੰਸਟਰਕਟਰ ਆਈ ਸੀਗੀ, ਆਈ ਥਿੰਕ ਕੈਪਟਨ ਰੀਨੂ ਸ਼ਰਮਾ ਉਸ ਟਾਈਮ, ਉਹ ਵੀ ਪਹਿਲੀ ਲੇਡੀ ਇੰਸਟਰਕਟਰ ਸੀਗੀ ਸਾਡੇ OTA ਦੇ ਵਿੱਚ। ਸੋ ਉਹਨੇ ਮੈਨੂੰ ਆਪਣੇ ਕੋਲ ਬੁਲਾਉਣਾ, ਉਹਨੇ ਮੇਰੇ ਤੋਂ ਸਟੋਰੀ ਪੁੱਛਣੀ ਕਿ ਉਸ ਟਾਈਮ ਨੇਮ ਐਜ਼ ਪਰ ਮੈਟ੍ਰਿਕੂਲੇਸ਼ਨ, ਸੋ ਮੈਂ ਪੰਨੂ ਸੀਗੀ ਜੀ। ਸੋ ਉਹਨੇ ਮੈਨੂੰ ਆਪਣੇ ਆਫਿਸ 'ਚ ਬੁਲਾ ਕੇ ਪੁੱਛਣਾ ਕਿ ਹਾਂ ਯਾ ਪੰਨੂ, ਵਾਟ ਹੈਪਨਡ ਵਿਦ ਯੂ? ਸੋ ਆਈ ਸਟਾਰਟਿਡ ਟੈਲਿੰਗ ਮਾਈ ਸਟੋਰੀ। ਮੇ ਬੀ 4-5 ਲਾਈਨਾਂ ਤੋਂ ਬਾਅਦ ਜਾਂ 4-5 ਉਹ ਤੋਂ ਬਾਅਦ ਮੈਂ ਰੋਣਾ ਸ਼ੁਰੂ ਕਰ ਦੇਣਾ। ਜਿਸ ਤਰ੍ਹਾਂ ਹੀ ਮੈਂ ਰੋਣਾ ਸ਼ੁਰੂ ਕਰਨਾ, ਉਹਨੇ ਕਹਿਣਾ ਹੁਣ ਆਪਣੀ ਬੈਰਿਕਸ 'ਚ ਜਾ,
ਅਗਲੇ ਦਿਨ ਫਿਰ ਬੁਲਾਣਾ, ਫਿਰ ਪੁੱਛਣਾ, ਅਗਲੇ ਦਿਨ ਫਿਰ ਬੁਲਾਣਾ, ਇਸ ਤਰ੍ਹਾਂ 10-15 ਦਿਨ ਉਹਨੇ ਮੈਨੂੰ ਪੁੱਛਿਆ। ਸੋ ਫਾਈਨਲੀ ਜਦੋਂ ਮੈਂ ਬਿਨਾਂ ਰੋਏ ਆਪਣੀ ਸਟੋਰੀ ਦੱਸੀ ਤੇ ਉਹ ਕਹਿੰਦੀ ਕਿ ਦਿਸ ਇਜ਼ ਵਾਟ ਆਈ ਵਾਂਟ ਫਰੋਮ ਯੂ, ਕਿ ਬੀ ਸਟਰੋਂਗ, ਰੋਣਾ ਨਹੀਂ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਇਹ ਠੀਕ ਹੈ ਲੋਸ ਹੈ ਬਟ ਇੱਕ ਪ੍ਰਾਈਡ ਵੀ ਹੈ ਉਸ ਦੇ ਵਿੱਚ ਕਿ ਉਹ ਸ਼ਹੀਦ ਹੋਏ ਨੇ। ਔਰ ਅਕੈਡਮੀ ਦੇ ਵਿੱਚੋਂ ਹੀ ਉਹਨਾਂ ਨੂੰ ਜਦੋਂ ਅਵਾਰਡ ਮਿਲਿਆ ਸੀ ਸੈਕਿੰਡ ਹਾਈਐਸਟ ਗੈਲੈਂਟਰੀ ਅਵਾਰਡ ਕੀਰਤੀ ਚੱਕਰ, ਤੇ ਮੈਂ ਅਕੈਡਮੀ ਯੂਨੀਫਾਰਮ ਦੇ ਵਿੱਚ ਹੀ ਇਹ ਰਿਸੀਵ ਕਰਨ ਗਈ ਸੀਗੀ ਪ੍ਰੈਜ਼ੀਡੈਂਟ ਤੋਂ ਉਸ ਟਾਈਮ। ਓਕੇ, ਤੇ ਬਹੁਤ ਹੀ ਜ਼ਿਆਦਾ ਆਫ ਕੋਰਸ ਪ੍ਰਾਊਡ ਫੀਲ ਹੋ ਰਿਹਾ ਹੋਣਾ ਉਸ ਟਾਈਮ ਤੇ। ਹਾਂਜੀ, ਇੱਕ ਪਾਸੇ ਤਾਂ ਆਫ ਕੋਰਸ ਮੈਮ ਆਪਾਂ ਸਮਝ ਸਕਦੇ ਹਾਂ ਕਿ ਬੜਾ ਹਰਟ ਵੀ ਫੀਲ ਕਰਦੇ ਹਾਂ ਆਪਾਂ, ਬਟ ਦੈਨ ਆਰਮੀ ਜੁਆਇਨ ਕਰਨਾ ਤੇ ਉਸ ਹੌਸਲੇ ਦੇ ਨਾਲ, ਉਸ ਦ੍ਰਿੜਤਾ ਦੇ ਨਾਲ ਅੱਗੇ ਲਾਈਫ ਵਧਾਉਣਾ, ਬਿਲਕੁਲ ਆਫ ਕੋਰਸ ਬਹੁਤ ਕੁਝ ਸਿੱਖਣ ਦੀ ਲੋੜ ਹੈ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ। ਮੈਮ ਇੱਕ ਚੀਜ਼ ਹੋਰ ਦੱਸੋ, ਸੋ ਜਦੋਂ ਤੁਸੀਂ ਇਹ ਫੈਸਲਾ ਲਿਆ, ਜਦੋਂ ਸਰ ਗਏ ਤੁਸੀਂ ਫੈਸਲਾ, ਉਦੋਂ ਯੋਰ ਡਾਟਰ ਵਾਜ਼ ਵੈਰੀ ਸਮਾਲ, ਵੈਰੀ ਯੰਗ, 1 year ਦੀ? ਹਾਂਜੀ, 1.5 year। 1.5 year। ਜਦੋਂ ਫਿਰ ਤੁਸੀਂ ਕਮਿਸ਼ਨ ਹੋਏ, ਜਦੋਂ ਤੁਸੀਂ ਟ੍ਰੇਨਿੰਗ ਤੇ ਗਏ, ਉਦੋਂ ਉਹਨਾਂ ਦੀ ਕਿੰਨੀ ਏਜ ਰਹੀ ਹੋਣੀ? 2-2.5 ਸਾਲ? ਹਾਂ, 2-2.5 ਸਾਲ। 2-2.5 ਸਾਲ, ਹਾਂਜੀ। ਤੇ ਉਸ ਟਾਈਮ ਤੇ ਫਿਰ ਉਹ ਪੱਖ ਵੀ ਤਾਂ ਇੱਕ ਹੈ, ਇੱਕ ਮਦਰ ਦਾ ਪੱਖ ਵੀ। ਆਪਾਂ ਇਹ ਤਾਂ ਸੋਚ ਲਿਆ ਕਿ ਆਰਮੀ ਜੁਆਇਨ ਕਰਨ ਤੋਂ ਪਹਿਲਾਂ ਤਾਂ 2 ਲਾਈਫ ਸਟਾਈਲਸ ਆਪਾਂ ਡਿਸਕਸ ਕਰ ਲਏ, ਹਾਂਜੀ, ਬਟ ਉਹ ਮਦਰ ਵਾਲਾ ਜਿਹੜਾ ਪੱਖ ਹੈ ਉਹ ਵੀ ਇਮੋਸ਼ਨਲੀ ਬਹੁਤ ਇੱਕ ਡਿਫਰੈਂਟ ਫੀਲਿੰਗ ਹੈਗੀ ਹੈ, ਜਿਹਦੇ ਤੇ ਕੰਟਰੋਲ ਕਰਨ ਦੀ ਲੋੜ ਪਈ ਹੋਣੀ ਹੈ। ਬਿਲਕੁਲ ਲੋੜ ਪਈ ਉਹਦੇ ਤੇ। ਸਿਮਰਨ ਨੂੰ ਮੈਂ ਆਪਣੀ ਸਿਸਟਰ ਕੋਲ ਛੱਡ ਕੇ ਗਈ ਸੀ, ਮੇਰੇ ਮਦਰ ਵੀ ਆਉਂਦੇ ਜਾਂਦੇ ਰਹਿੰਦੇ ਸੀ ਤਾਂ ਕਿ ਉਹਦਾ 6 ਮਹੀਨੇ ਉਹਦੀ ਟੇਕ ਕੇਅਰ ਕਰ ਸਕਣ, ਕਿਉਂਕਿ ਮੈਂ ਆਪਣੇ ਨਾਲ ਉੱਥੇ ਰੱਖ ਨਹੀਂ ਸੀ ਸਕਦੀ। ਸੋ ਡੈਫੀਨੇਟਲੀ ਉਸ ਟਾਈਮ ਤੇ ਇੱਕ ਹਸਬੈਂਡ ਨੂੰ ਲੂਜ਼ ਕੀਤਾ ਤੁਸੀਂ ਰੀਸੈਂਟਲੀ, ਤੁਸੀਂ ਆਪਣਾ ਬੱਚਾ ਛੱਡਿਆ ਜਿਹੜਾ ਆਲਰੇਡੀ ਮਤਲਬ ਜਿਹਨੂੰ ਸ਼ਾਇਦ ਤੁਹਾਡੀ ਉਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰਤ ਸੀਗੀ, ਤੇ ਉਹ ਇੱਕ ਇਮੋਸ਼ਨਲੀ ਤਾਂ ਡੈਫੀਨੇਟਲੀ ਰਹਿੰਦਾ ਹੈ। ਬਿਲਕੁਲ। ਸੋ ਡੈਫੀਨੇਟਲੀ ਉਹਨੂੰ ਵੀ ਬਹੁਤ ਮਿਸ ਕੀਤਾ। ਯੈਸ ਮੈਮ। ਹਾਂਜੀ, ਤਾਂ ਚਲੋ ਸਿਮਰਨ ਨਾਲ ਵੀ ਇਹ ਸਾਰੀਆਂ ਗੱਲਾਂ ਬਾਤਾਂ ਤਾਂ ਕਰਾਂਗੇ, ਬਟ ਵੈਨ ਸਿਮਰਨ ਗ੍ਰਿਊ ਅਪ, ਉਦੋਂ ਤਾਂ ਇੱਕ ਛੋਟੀ ਬੱਚੀ ਸੀ, ਐਂਡ ਵੈਨ ਸ਼ੀ ਗ੍ਰਿਊ ਅਪ, ਜਦੋਂ ਉਹਨੂੰ ਸਾਰਾ ਕੁਛ ਪਤਾ ਲੱਗਿਆ, ਤੁਸੀਂ ਦੱਸਿਆ ਹੋਊਗਾ ਸਾਰਾ ਕੁਛ ਕਿ ਛੋਟੇ ਹੁੰਦੇ ਕੀ ਕੁਛ ਹੋਇਆ, ਉਹਨਾਂ ਦੇ ਫਸਟ ਰਿਐਕਸ਼ਨਸ ਕੀ ਸੀ, ਜਾਂ ਹੁਣ ਵਾਟ ਇਜ਼ ਹਰ ਫੀਲਿੰਗ ਅਬਾਊਟ ਆਲ ਆਫ ਇਟ? ਉਹ ਹੁਣ ਤਾਂ ਮਤਲਬ ਡੈਫੀਨੇਟਲੀ ਪ੍ਰਾਊਡ ਫੀਲ ਕਰਦੀ ਹੈ, ਬਟ ਲੂਜ਼ਿੰਗ ਆਫ ਐਨੀ ਪੈਰੈਂਟ, ਫਾਦਰ ਹੋਵੇ ਜਾਂ ਮਦਰ ਹੋਵੇ, ਉਹ ਇੱਕ ਦਰਦ ਤਾਂ ਹਮੇਸ਼ਾ ਰਹੇਗਾ, ਉਹਨੂੰ ਤਾਂ ਨੋਬਡੀ ਕੈਨ, ਉਹਨੂੰ ਭਰ ਨਹੀਂ ਸਕਦਾ ਉਸ ਚੀਜ਼ ਨੂੰ। ਬਟ ਮੈਨੂੰ ਵੀ ਸਮਝ ਨਹੀਂ ਸੀ ਆ ਰਿਹਾ ਜਦੋਂ ਮੈਂ ਅਕੈਡਮੀ 'ਚ ਗਈ, ਉਦੋਂ ਤਾਂ ਬਹੁਤ ਛੋਟੀ ਸੀਗੀ, 1.5-2 ਸਾਲ ਦੀ ਸੀਗੀ, ਤਾਂ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਨੂੰ ਦੱਸਾਂ ਕਿਸ ਤਰ੍ਹਾਂ। ਸੋ ਮੈਨੂੰ ਉਹਨੂੰ ਦੱਸਣ ਨੂੰ ਵੀ ਸ਼ਾਇਦ 2-3 ਸਾਲ ਲੱਗੇ ਹੋਣਗੇ। ਮੇਰੇ ਆਰਮੀ 2nd ਯੂਨਿਟ ਦੇ ਵਿੱਚ ਸ਼ਾਇਦ ਮੈਂ ਉਹਨੂੰ ਦੱਸਿਆ ਸੀਗਾ, ਜਾਂ ਉਹ ਵੀ ਮੇਬੀ ਸ਼ਾਇਦ ਯੂਨਿਟ ਦੇ ਬੱਚਿਆਂ ਤੋਂ ਉਹਨੂੰ ਪਤਾ ਲੱਗਾ, ਐਂਡ ਵੀ ਨੈਵਰ ਟਾਕਡ ਅਬਾਊਟ ਕਿ ਉਹਨੇ ਕਹਿਣਾ ਪਾਪਾ ਕਿੱਥੇ, ਮੈਂ ਕਹਿਣਾ ਉਹਨਾਂ ਦੀ ਪੋਸਟਿੰਗ ਬਾਹਰ ਹੈ। ਸੋ ਮੈਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਸ ਚੀਜ਼ ਨੂੰ ਦੱਸਾਂ ਕਿਸ ਤਰ੍ਹਾਂ। ਸੋ ਬਟ ਐਨੀਵੇ ਜਦੋਂ ਅਸੀਂ ਸਾਡੀ 2nd ਯੂਨਿਟ ਇਲਾਹਾਬਾਦ ਸੀ, ਉਦੋਂ ਫਿਰ ਇਹ ਰਿਵੀਲ ਕੀਤਾ, ਐਂਡ ਡੈਫੀਨੇਟਲੀ ਉਹ ਵੀ ਸ਼ੌਕ ਸੀਗੀ ਇਸ ਚੀਜ਼ 'ਤੇ ਕਿ ਇੱਕ ਟਾਈਮ ਤੋਂ ਤੁਸੀਂ ਕਹਿ ਰਹੇ ਜੇ ਕਿ ਹੈਗੇ ਨੇ ਫਾਦਰ, ਆਣਗੇ, ਬਟ ਦੈਨ ਯੂ ਸੈਡ ਕਿ ਨਹੀਂ। ਸੋ ਓਬਵੀਅਸਲੀ ਉਹਦੀ ਫੀਲਿੰਗਸ ਉਹ ਦੱਸ ਪਾਏਗੀ ਬੈਟਰ, ਬਟ ਆਈ ਫੈਲਟ ਦੈਟ ਪੇਨ, ਆਫ ਕੋਰਸ ਮੈਮ। ਬਟ ਜਿੰਨਾ ਕੁ ਮੈਂ ਦੇਖਿਆ, ਆਫ ਕੋਰਸ ਜੋ ਆਰਮੀ ਦੇ ਵਿੱਚ ਹੈਗੇ ਹੈ, ਦੇ ਨੋ ਕਿ ਆਰਮੀ ਕਿੰਨਾ ਸਪੋਰਟ ਕਰਦੀ ਹੈ ਇੱਕ ਦੂਜੇ ਦੇ, ਸਾਰੇ ਆਰਮੀ ਪਰਸੋਨਲਸ ਦੀ। ਹਾਂਜੀ, ਮੈਂ ਜਿੰਨਾ ਕੁ ਜਾਣਦਾ, ਜਿੰਨਾ ਕੁ ਦੇਖਿਆ, ਗੱਲਬਾਤ ਕੀਤੀ ਹੈ, ਮੈਨੂੰ ਤਾਂ ਸਿਰਫ ਉਨਾ ਕੀ ਪਤਾ, ਸਭ ਨੂੰ ਉਨਾ ਕੀ ਪਤਾ ਹੁੰਦਾ। ਤੁਸੀਂ ਇੱਕ ਇੰਸੀਡੈਂਟ ਸ਼ੇਅਰ ਕੀਤਾ ਕਿ ਜਦੋਂ ਤੁਸੀਂ ਹਰ ਵਾਰ ਜਾ ਕੇ ਰੋ ਕੇ ਗੱਲ ਦੱਸਦੇ ਸੀ, ਐਂਡ ਦੈਨ ਦੇ ਟਰਾਈਡ ਟੂ ਬਿਲਡ ਯੂ ਅਪ, ਹੈ ਨਾ, ਕਿ ਉਹ ਸਟਰੈਂਥ ਤੁਹਾਡੇ 'ਚ ਆਵੇ। ਹਾਂਜੀ, ਉਹ ਤਾਂ ਟ੍ਰੇਨਿੰਗ ਪੀਰੀਅਡ ਦੇ ਦੌਰਾਨ ਦੀ ਗੱਲ ਹੈ। ਉਸ ਤੋਂ ਬਾਅਦ ਯੂ ਹੈਵ ਸਰਵਡ ਫॉर ਮੈਨੀ ਈਅਰਸ, ਹੈ ਨਾ, ਮੋਰ ਦੈਨ, ਮਤਲਬ ਮੈਨੀ ਈਅਰਸ ਨਹੀਂ, ਡੈਕੇਡਸ ਦੀ ਗੱਲ ਕਰ ਸਕਦੇ ਹਾਂ ਆਪਾਂ। ਬਟ ਦੈਨ ਥਰੂ ਆਊਟ ਯੋਰ ਟੈਨਿਓਰ ਕੁਛ ਹੋਰ ਇਹੋ ਜਿਹੀਆਂ ਗੱਲਾਂ ਦੱਸ ਸਕਦੇ ਹੋ ਕਿ ਤੁਹਾਨੂੰ ਲੱਗਿਆ ਹੋਵੇ ਵੀ ਆਰਮੀ ਨੇ ਤੁਹਾਨੂੰ ਜ਼ਿੰਦਗੀ ਜੀਣ ਦਾ ਇੱਕ ਹੌਸਲਾ ਦਿੱਤਾ, ਇੱਕ ਸਟਰੈਂਥ ਦਿੱਤੀ? ਹਰ ਪੁਆਇੰਟ 'ਤੇ, ਹਰ ਸਟੈਪ 'ਤੇ ਆਰਮੀ ਨੇ ਇੱਕ ਸਟਰੈਂਥ ਦਿੱਤੀ ਆ। ਇੱਕ ਮਤਲਬ ਪਹਿਲੀ ਗੱਲ ਤਾਂ ਸਾਰੀ ਸਪੋਰਟ ਆਰਮੀ ਦੇ, ਮਤਲਬ ਬਿਨਾਂ ਆਰਮੀ ਦੀ ਸਪੋਰਟ ਤੋਂ ਆਈ ਡੋਂਟ ਥਿੰਕ ਸੋ ਕਿ ਮੈਂ ਇੱਥੇ ਹੋ ਸਕਦੀ ਹਾਂ, ਮੇਰਾ ਬੱਚਾ ਇਸ ਜਗ੍ਹਾ 'ਤੇ ਪਹੁੰਚ ਸਕਦਾ ਹੈ। ਕਈ ਵਾਰ ਪੋਸਟਿੰਗ 'ਚ ਹੈਲਪ ਕਰਨਾ, ਕਈ ਵਾਰ ਜਿੱਥੇ ਅਸੀਂ ਪੋਸਟਿੰਗ 'ਚ ਹੈਗੇ ਹਾਂ ਬੱਚੇ ਨੂੰ, ਜਾਂ ਆਪਣੇ ਪਰਸਨਲ ਜਿਹੜਾ ਆਫੀਸ਼ੀਅਲ ਤਾਂ ਅਸੀਂ ਕਰਨਾ ਹੀ ਕਰਨਾ ਹੈ, ਬਟ ਜੋ ਸਪੋਰਟ ਮੈਨੂੰ ਆਰਮੀ ਤੋਂ ਚਾਹੀਦੀ ਹੈ, ਜਿਸ ਤਰ੍ਹਾਂ ਸ਼੍ਰੀਨਗਰ ਮੇਰੀ ਪੋਸਟਿੰਗ ਸੀਗੀ, ਸੋ ਉੱਥੇ ਜਿਹੜੇ ਮੇਰੇ CO ਸੀਗੇ, ਉਹਦੀ ਵਾਈਫ, ਉਹਨਾਂ ਦੀ ਵਾਈਫ ਟੀਚਰ ਸੀਗੀ, ਉਹ ਘਰ ਬੁਲਾ ਕੇ ਇਹਨੂੰ ਪੜ੍ਹਾਉਣਾ, ਸਿਮਰਨ ਨੂੰ ਸਪੈਸ਼ਲ ਕੋਚਿੰਗ ਕਰਨਾ ਕਿ ਨਹੀਂ ਮੈਂ ਇਹਦਾ ਟੇਕ ਕੇਅਰ ਕਰਾਂਗੀ। ਐਂਡ ਵਿੱਚੋਂ ਜਿੱਦਾਂ ਮੈਨੂੰ ਜੇ ਛੁੱਟੀ ਚਾਹੀਦੀ ਹੈ ਉਹਨੂੰ ਸਟੱਡੀਜ਼ ਵਾਸਤੇ ਜਾਂ ਉਹਦਾ ਕਿਸੇ ਵੀ ਚੀਜ਼ ਵਾਸਤੇ, ਹਰ ਜਗ੍ਹਾ 'ਤੇ ਆਰਮੀ ਹੈਲਪ ਕਰਦੀ ਹੈ ਤੁਹਾਨੂੰ, ਐਵਰੀਵੇਅਰ।
ਰਾਈਟ, ਐਂਡ ਦੇਰ ਇਜ਼ ਅ ਵਿੰਗ ਆਫ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ, ਹਾਂਜੀ ਆਵਾ ਕਹਿੰਦੇ ਆਪਾਂ, ਆਵਾ ਐਂਡ ਉਸ ਟਾਈਮ ਤੇ ਜਦੋਂ ਤੁਹਾਡੇ ਲਈ ਇਹ ਰੂਲਸ ਦੇ ਵਿੱਚ ਐਗਜ਼ੈਂਪਸ਼ਨ ਲਿਆਂਦੀ ਗਈ, ਹਾਂਜੀ ਹਨਾ, ਬਿਕੋਜ਼ ਯੂ ਵਰ ਅ ਮਦਰ, ਯੂ ਵਰ 2 years elder to that ਏਜ ਕ੍ਰਾਈਟੀਰੀਆ, ਹਾਂਜੀ ਤਾਂ ਰੰਜਨਾ ਮਲਿਕ ਮੈਮ ਸੀਗੇ ਉਸ ਟਾਈਮ ਤੇ ਪ੍ਰੈਜ਼ੀਡੈਂਟ ਆਵਾ ਦੇ। ਹਾਂਜੀ, ਤਾਂ ਇਹ ਜਿਹੜੀ ਆਵਾ ਹੈ ਇਹਦੇ ਬਾਰੇ ਵੀ ਥੋੜਾ ਐਕਸਪਲੇਨ ਕਰੋਗੇ ਆਡੀਅנס ਨੂੰ ਕਿ ਵਾਟ ਆਰ ਆਲ ਦ ਰਿਸਪੌਂਸਿਬਿਲਿਟੀਜ਼ ਜੋ ਆਰਮੀ ਵਾਈਵਸ ਦੇ ਲਈ ਆਵਾ ਆਰਗੇਨਾਈਜੇਸ਼ਨ ਲੈਂਦੀ? ਆਵਾ ਆਰਗੇਨਾਈਜੇਸ਼ਨ ਆਰਮੀ ਵਾਈਫਸ ਜਾਂ ਉਹਨਾਂ ਦੇ ਡਿਪੈਂਡੈਂਟ, ਈਵਨ ਉਹਨਾਂ ਦੇ ਬੱਚੇ, ਉਹਨਾਂ ਲਈ ਇੱਕ ਬਹੁਤ ਹੀ ਵੱਡੀ ਐਂਡ ਬਹੁਤ ਹੀ ਹੈਲਪਫੁਲ ਆਰਗੇਨਾਈਜੇਸ਼ਨ ਹੈ। ਜਿੱਥੇ ਵੀ ਸਾਨੂੰ ਮਤਲਬ ਸਪਾਊਸ ਦਾ ਤੇ ਆਰਮੀ ਟੇਕ ਕੇਅਰ ਕਰਦੀ, ਬਟ ਜਿਹੜੀ ਉਹਦੀ ਫੈਮਿਲੀ ਹੈ ਉਹਦੀ ਟੇਕ ਕੇਅਰ ਕਰਦੀ ਹੈ ਆਵਾ, ਆਰਮੀ ਵਾਈਫਸ ਵੈਲਫੇਅਰ ਐਸੋਸੀਏਸ਼ਨ। ਕਿਧਰੇ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਅਸੀਂ ਉਹਦੇ 'ਤੇ ਮਤਲਬ ਜਾ ਕੇ ਡਿਪੈਂਡ ਹੋ ਸਕਦੇ ਹਾਂ, ਅਸੀਂ ਬੋਲ ਸਕਦੇ ਹਾਂ। ਸਾਡੀ ਕੋਈ ਵੀ ਪ੍ਰੋਬਲਮ ਹੋਵੇ, ਸਾਨੂੰ ਜਿਸ ਤਰ੍ਹਾਂ ਵੀ, ਜੇ ਸਾਨੂੰ ਕਿਸੇ ਨੂੰ ਮੋਨੀਟਰੀ ਕੋਈ ਇਸ਼ੂ ਆ, ਮੋਨੀਟਰੀ ਵੀ ਹੈਲਪ ਕਰਦੇ ਨੇ ਬੱਚਿਆਂ ਦਾ, ਜਾਂ ਜੋਬ ਲਈ, ਜਾਂ ਕਿਧਰੇ ਵੀ, ਲਾਈਕ ਐਵਰੀਵੇਅਰ। ਕਿਸੇ ਦਾ ਅਗਰ ਕੋਈ ਮਤਲਬ ਕਿਸੇ ਦਾ ਅਗਰ ਕੋਈ ਮੈਰਿਟਲ ਡਿਸਕੋਰਡ ਹੈ, ਉਹਦੇ ਵਿੱਚ ਐਵਰੀਵੇਅਰ ਅਗਰ ਕਿਸੇ ਨੂੰ ਐਜੂਕੇਸ਼ਨ, ਮਤਲਬ ਪੂਰੀ ਗਾਈਡੈਂਸ ਉਹਨਾਂ ਦੀ ਹੁੰਦੀ ਹੈ, ਔਰ ਇਹ ਹਰ ਸਟੇਸ਼ਨ 'ਤੇ ਹੁੰਦੇ ਨੇ। ਓਕੇ, ਹਾਂਜੀ, ਮਤਲਬ ਮੇ ਬੀ ਸਮੌਲ ਜਿੱਦਾਂ ਹਰ ਸਟੇਸ਼ਨ 'ਤੇ ਆਰਮੀ ਵੈਲਫੇਅਰ ਐਸੋਸੀਏਸ਼ਨ ਹੁੰਦੀ ਹੈ, ਉਹ ਹਰ ਸਟੇਸ਼ਨ 'ਤੇ ਹੁੰਦੀ। GOCs ਜਾਂ ਰਿਸਪੈਕਟਿਵ COs ਸਾਰੇ ਉਹਨਾਂ ਦੇ ਮਤਲਬ ਉਹਨਾਂ ਦੀਆਂ ਵਾਈਫਸ ਇਸ ਚੀਜ਼ ਨੂੰ ਟੇਕ ਕੇਅਰ ਕਰਦੀਆਂ। ਓਕੇ, amazing. Okay ma'am, there are a few more things which I really want to know from you. Because of army, ਤੁਸੀਂ ਐਜ਼ ਆਫਿਸਰ ਉਹਦੇ ਵਿੱਚ ਰਹੇ, ਐਂਡ ਤੁਸੀਂ ਬਹੁਤ ਜਗ੍ਹਾ 'ਤੇ ਬੋਲੇ ਵੀ, ਅਲੱਗ-ਅਲੱਗ ਡਿਬੇਟਸ ਦੇ ਵਿੱਚ ਤੁਹਾਨੂੰ ਭੇਜਿਆ ਗਿਆ। Even when you were serving, ਹਾਂਜੀ, you were on a lot of national debates. ਹਾਂਜੀ, And now when you have retired, ਤੁਸੀਂ ਹੁਣੇ ਰੀਸੈਂਟਲੀ ਰਿਪਬਲਿਕ ਡੇ ਪਰੇਡ ਤੇ ਵੀ ਜਾ ਕੇ ਆਏ ਹੋ, ਹਾਂਜੀ, ਉੱਥੇ ਵੀ ਬੁਲਾਇਆ ਗਿਆ ਹਾਂਜੀ। ਸਾਨੂੰ ਪਹਿਲਾਂ ਤਾਂ ਰਿਪਬਲਿਕ ਡੇ ਪਰੇਡ ਜਿਹੜੀ ਹੈ 26 ਜਨਵਰੀ ਵਾਲੀ, ਉਹਦਾ ਐਕਸਪੀਰੀਅੰਸ ਸ਼ੇਅਰ ਕਰੋ ਪਲੀਜ਼। ਇਹ ਫਸਟ ਟਾਈਮ ਹੋਇਆ ਸੀ, ਮਤਲਬ ਮੇਰੇ ਨਾਲ ਤਾਂ ਫਸਟ ਟਾਈਮ ਹੋਇਆ ਸੀ। ਮੈਂ ਇਨਫੈਕਟ ਲਾਈਵ ਪਰੇਡ ਹੀ ਫਸਟ ਟਾਈਮ ਦੇਖੀ ਸੀਗੀ, ਬਟ ਜਿਹੜਾ ਔਨਰ ਸੀ ਉਸ ਟੈਬਲਿਊ 'ਤੇ ਜਿੱਥੇ ਸਾਡੇ ਵੈਟਰਨ ਖੜੇ ਹੋਏ ਸੀਗੇ, ਉਹਨਾਂ ਦੇ ਨਾਲ ਉਹ ਟੈਬਲਿਊ ਸ਼ੇਅਰ ਕਰਨਾ ਪਰੇਡ ਦੇ ਵਿੱਚ, ਮਤਲਬ ਇਹਨੂੰ ਮੈਂ ਐਕਸਪਲੇਨ ਨਹੀਂ ਕਰ ਸਕਦੀ। ਬਹੁਤ ਹੀ ਇੱਕ ਔਨਰ ਵਾਲੀ ਗੱਲ ਸੀਗੀ। ਐਂਡ ਸਾਡੀ ਇੱਕ ਆਰਗੇਨਾਈਜੇਸ਼ਨ ਹੈ DIAV, ਐਂਡ ਮੈਂ ਉਹਨਾਂ ਦਾ ਰੀਅਲੀ ਥੈਂਕਫੁਲ ਹਾਂ ਜਿਨ੍ਹਾਂ ਨੇ ਮੈਨੂੰ ਉੱਥੇ ਇਨਵਾਈਟ ਕੀਤਾ ਸੀ ਉਸ ਟੈਬਲਿਊ 'ਤੇ ਖੜੇ ਹੋਣ ਲਈ, ਅਲੋਂਗ ਵਿਦ ਆਲ ਦੋਜ਼ ਦਿੱਗਜ ਜਿਹੜੇ ਸਾਡੇ ਸਪੋਰਟਸ ਪਰਸਨੈਲਿਟੀ ਸੀਗੀਆਂ ਆਰਮੀ ਦੀਆਂ। ਅਰਜੁਨਾ ਅਵਾਰਡੀਜ਼ ਵੀ ਸੀਗੇ ਉਹਦੇ ਵਿੱਚ, ਐਂਡ ਉਹਦੇ ਵਿੱਚ ਅਸੀਂ 3 ਲੇਡੀਜ਼ ਸਿਲੈਕਟ ਕੀਤੀਆਂ ਸੀ, ਇੱਕ ਆਰਮੀ ਤੋਂ, ਇੱਕ ਨੇਵਲ ਤੋਂ, ਐਂਡ ਇੱਕ ਏਅਰ ਫੋਰਸ ਤੋਂ। ਇਟ ਵਾਜ਼ ਵੈਰੀ ਪ੍ਰਾਊਡ ਮੂਮੈਂਟ ਫॉर ਮੀ। ਅਮੇਜ਼ਿੰਗ। ਅੱਛਾ ਮੈਮ, ਤੁਸੀਂ ਹੁਣੇ ਆਪਾਂ ਕ੍ਰਾਈਟੀਰੀਆ ਦੀ ਗੱਲ ਕਰ ਰਹੇ ਸੀ ਥੋੜਾ, ਬੀਇੰਗ ਅ ਵੀਰ ਨਾਰੀ, ਇਫ ਯੂ ਵਾਂਟ ਟੂ ਜੁਆਇਨ ਆਰਮੀ ਜਾਂ ਐਨੀ ਅਦਰ ਡਿਫੈਂਸ ਸਰਵਿਸਿਜ਼, ਥੋੜਾ ਉਹਦਾ ਕ੍ਰਾਈਟੀਰੀਆ ਮੈਂਸ਼ਨ ਕਰੋਗੇ, ਦੱਸੋਗੇ ਵਾਟ ਇਜ਼ ਦ ਕ੍ਰਾਈਟੀਰੀਆ? ਐਜ਼ ਅ ਵੀਰ ਨਾਰੀ, ਹਾਂਜੀ, ਐਜ਼ ਅ ਵੀਰ ਨਾਰੀ ਤੁਸੀਂ ਅਪਲਾਈ ਕਰੋਗੇ ਜਦੋਂ ਵੀ ਇਸ ਚੀਜ਼ ਦਾ ਨਿਕਲਦਾ, ਮਤਲਬ ਐਜ਼ ਅ ਐਨੀ, ਜਦੋਂ ਵੀ ਇਹਦਾ ਨਿਕਲਦੇ ਨੇ ਆਪਣੀਆਂ ਪੋਸਟਾਂ ਨਿਕਲਦੀਆਂ, ਤੁਸੀਂ ਅਪਲਾਈ ਕਰੋਗੇ। ਐਂਡ ਉਹਦੇ ਵਿੱਚ ਫਿਰ ਕ੍ਰਾਈਟੀਰੀਆ ਦੇ ਵਿੱਚ ਸਿਲੈਕਸ਼ਨ ਹੁੰਦੀ ਆ ਕਿ ਜਿਸ ਹਿਸਾਬ ਨਾਲ ਵੈਕੈਂਸੀਜ਼ ਜਾਂ ਜਿਸ ਹਿਸਾਬ ਨਾਲ ਵੀ ਤੁਹਾਡੀ ਕਾਬਲੀਅਤ ਹੈ, ਉਹਦੇ ਹਿਸਾਬ ਨਾਲ ਤੁਹਾਡੀ ਸਿਲੈਕਸ਼ਨ ਹੋਏਗੀ। ਐਂਡ ਉਸ ਤੋਂ ਬਾਅਦ ਫਿਰ ਤੁਹਾਨੂੰ ਅਕੈਡਮੀ 'ਚ ਭੇਜਿਆ ਜਾਏਗਾ ਫॉर ਟ੍ਰੇਨਿੰਗ। ਐਂਡ ਹੁਣ ਲੱਕੀਲੀ ਸਾਡੇ ਟਾਈਮ 'ਤੇ ਜਿਹੜੀ ਟ੍ਰੇਨਿੰਗ ਸੀਗੀ OTA ਦੀ, ਉਹ 6 ਮੰਥ ਦੀ ਸੀ। ਹੁਣ ਇਨਫੈਕਟ OTA ਦੀ ਟ੍ਰੇਨਿੰਗ ਵੀ 1 year ਦੀ ਹੋ ਗਈ ਹੈ। ਐਂਡ ਹੁਣ ਰੀਸੈਂਟਲੀ NDA ਨੇ ਵੀ ਟ੍ਰੇਨਿੰਗ ਸ਼ੁਰੂ ਕੀਤੀ, ਜਿਹਦੇ ਵਿੱਚ ਸਾਡਾ ਇੱਕ ਬੈਚ ਗਿਆ ਹੋਇਆ ਲੇਡੀਜ਼ ਦਾ। ਸੋ NDA ਦੇ ਵਿੱਚ ਵੀ ਟ੍ਰੇਨਿੰਗ ਹੋ ਰਹੀ ਹੈ। ਓਕੇ, ਐਂਡ ਮੈਮ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਤੁਹਾਡੇ ਕੇਸ ਦੇ ਲਈ ਇੱਕ ਤਰ੍ਹਾਂ ਨਾਲ ਇਟ ਵਾਸ ਦ ਫਸਟ ਟਾਈਮ ਜਦੋਂ ਐਗਜ਼ੈਂਪਸ਼ਨਸ ਕੰਸੀਡਰ ਕੀਤੀਆਂ ਗਈਆਂ। ਹਾਂਜੀ, ਤਾਂ ਆਰ ਦੋਜ਼ ਐਗਜ਼ੈਂਪਸ਼ਨਸ ਹੁਣ ਕੇਸ ਟੂ ਕੇਸ ਵੀ ਇਹਨੂੰ ਲਿਆ ਜਾਂਦਾ ਐਗਜ਼ੈਂਪਸ਼ਨਸ ਦੇ ਲਈ? ਹਾਂਜੀ, ਬਿਲਕੁਲ ਕੇਸ ਟੂ ਕੇਸ ਲਿਆ ਜਾਂਦਾ। ਜਿੱਦਾਂ ਮੇਰੇ ਟਾਈਮ 'ਤੇ ਇਹਨਾਂ ਨੇ ਏਜ ਲਿਮਿਟ 30 ਕਰਤੀ ਸੀਗੀ, 30 ਦੇ ਵਿੱਚ ਅਗਰ ਕੋਈ ਵੀ ਵੀਰ ਨਾਰੀ ਆਉਂਦੀ ਹੈ, ਬਟ ਹੁਣ ਕੇਸ ਟੂ ਕੇਸ ਬੇਸਿਸ, ਜਿਸ ਤਰ੍ਹਾਂ ਕਰਨਲ ਮਹਾਦਿਕ ਦੀ ਵਾਈਫ ਸੀਗੀ, ਉਹਦੀ ਏਜ ਆਲਮੋਸਟ 35-36 ਸੀਗੀ, ਜਾਂ ਹੋਰ ਵੀ ਇਹ ਤੋਂ ਇਲਾਵਾ ਵੀ ਬਹੁਤ ਆਈਆਂ ਜਿਹੜੀਆਂ ਅਬਵ 30 ਹੈ। ਸੋ ਕੇਸ ਟੂ ਕੇਸ ਬੇਸਿਸ ਵੀ ਆਰਮੀ ਕੰਸੀਡਰ ਕਰਦੀ ਇਸ ਚੀਜ਼ ਨੂੰ, ਤੁਹਾਡੇ ਕੈਪੇਬਿਲਿਟੀ ਦੇ ਉੱਪਰ। ਓਕੇ, ਹਾਂਜੀ, ਓਕੇ, ਰਾਈਟ। ਮੈਮ ਮੈਂ ਆਫ ਕੋਰਸ ਬਹੁਤ ਸਾਰੀਆਂ ਚੀਜ਼ਾਂ ਇਨਸਾਈਟਸ ਤਾਂ ਆਪਾਂ ਲੈਂਦੇ ਹੀ ਹੈ, ਬਟ ਦੈਨ ਲਰਨਿੰਗਸ ਦੇ ਲਈ ਵੀ ਇਸ ਪੋਡਕਾਸਟ 'ਤੇ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਰਾ ਕ੍ਰਾਈਟੀਰੀਆ ਜੋ ਕੁਛ ਵੀ ਆਪਾਂ ਸ਼ੇਅਰ ਕੀਤਾ, ਜਦੋਂ ਕੋਈ ਆਰਮੀ ਸੀਨੀਅਰ ਆਫਿਸਰਸ ਆਉਂਦੇ, ਲੈਫਟੀਨੈਂਟ ਜਨਰਲ KJ ਸਟਾਈਨੀ ਢਿੱਲੋਂ ਸਰ ਉਦੋਂ ਮੇਰੇ ਸ਼ੋਅ 'ਤੇ ਆਏ। ਇਟ ਵਾਸ ਦ ਫਸਟ ਟਾਈਮ ਇੱਕ ਪੰਜਾਬੀ ਪੋਡਕਾਸਟ ਵਿੱਚੋਂ ਆਏ, ਉਹਨਾਂ ਨੇ ਬਹੁਤ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ, ਐਂਡ ਬਹੁਤ ਕੁਛ ਸਿੱਖਣ ਸਮਝਣ ਦੇ ਲਈ ਜਨਰਲੀ ਜਵਾਨਸ ਨੂੰ ਕਿਹਾ। ਬਟ ਹੁਣ ਇੱਕ ਵੀਰ ਨਾਰੀ, ਫਸਟ ਵੀਰ ਨਾਰੀ ਜਿਹਨੇ ਡਿਫੈਂਸ ਸਰਵਿਸਿਜ਼ ਜੁਆਇਨ ਕੀਤੀਆਂ, ਤੁਸੀਂ ਇੱਥੇ ਆਏ ਹੋ, ਇਜ਼ ਦੇਅਰ ਐਨੀਥਿੰਗ ਇਨ ਸਪੈਸੀਫਿਕ ਜੋ ਤੁਸੀਂ ਫੀਮੇਲਸ ਨੂੰ, ਆਰਮੀ ਵਾਈਵਸ ਜਾਂ ਆਰਮੀ 'ਚ ਜੋ ਫੀਮੇਲਸ ਹੈ, ਉਹਨਾਂ ਨੂੰ ਕੁਛ ਕਹਿਣਾ ਚਾਹੋ ਜਾਂ ਕੋਈ ਮੈਸੇਜ ਦੇਣਾ ਚਾਹੋ?
ਮੈਸੇਜ ਤਾਂ ਇਹੀ ਹੈ ਕਿ ਪਹਿਲੀ ਗੱਲ ਤਾਂ ਬੀ ਸਟਰੋਂਗ ਐਂਡ ਕੁਛ ਵੀ ਇੰਪੋਸੀਬਲ ਨਹੀਂ ਹੈ ਜੇ ਤੁਸੀਂ ਆਪਣਾ ਅਚੀਵ ਕਰਨਾ ਚਾਹੋ ਲਾਈਫ ਦੇ ਵਿੱਚ। ਡੈਫੀਨੇਟਲੀ ਇੱਕ ਟਾਈਮ ਆਉਂਦਾ ਜਦੋਂ ਤੁਸੀਂ ਬਹੁਤ ਲੋ ਫੀਲ ਕਰਦੇ ਜੇ, ਪਰ ਤੁਹਾਨੂੰ ਉਹਦੇ ਵਿੱਚੋਂ ਨਿਕਲਣਾ ਪਏਗਾ, ਉਹਦੇ ਵਿੱਚ ਉੱਠਣਾ ਪਏਗਾ। ਐਂਡ ਨਥਿੰਗ ਇਜ਼ ਇੰਪੋਸੀਬਲ ਜੇ ਤੁਸੀਂ ਸਟਰੋਂਗ ਐਂਡ ਜੇ ਤੁਸੀਂ ਸਟਰੋਂਗ ਨਹੀਂ, ਮੈਂ ਕਹਾਂਗੀ ਐਵਰੀ ਲੇਡੀ ਇਜ਼ ਵੈਰੀ ਸਟਰੋਂਗ। ਬਸ ਉਹਨੂੰ ਇੱਕ ਵਾਰੀ ਰਿਅਲਾਈਜ਼ ਕਰਨ ਦੀ ਲੋੜ ਹੈ। ਐਂਡ ਦੇਰ ਇਜ਼ ਮਤਲਬ ਐਵਰੀਥਿੰਗ ਇਜ਼ ਪੋਸੀਬਲ ਫॉर ਅ ਲੇਡੀ, ਆਈ ਥਿੰਕ। ਬਿਲਕੁਲ ਮੈਮ। ਓਕੇ, ਵਨ ਮੋਰ ਥਿੰਗ, ਤੁਸੀਂ ਜਿੰਨੀ ਕੁ ਦੇਰ ਸਰਵ ਕੀਤਾ ਆਰਮੀ ਦੇ ਵਿੱਚ, ਤੁਸੀਂ ਇੰਡੀਆ 'ਚ ਕਿਹੜੀਆਂ ਲੋਕੇਸ਼ਨਸ 'ਤੇ ਰਹੇ ਹੋ? ਮੈਂ ਟੋਟਲ ਮੇਰੀ ਸਰਵਿਸ 24.5 ਈਅਰ ਰਹੀ ਹੈ ਜੀ। ਐਂਡ ਮੈਂ ਪੰਜਾਬ ਦੇ ਵਿੱਚ ਰਹੀ ਹਾਂ, ਜਲੰਧਰ, ਬਠਿੰਡਾ, ਐਂਡ ਬਾਹਰ ਮੈਂ ਇਲਾਹਾਬਾਦ, ਸ਼੍ਰੀਨਗਰ, ਲੇਹ ਐਂਡ ਪੂਨੇ, ਸੋ ਇੱਥੇ ਬਰੋਡਾ, ਬਰੇਲੀ। ਓਕੇ, ਹਾਂਜੀ ਹਾਂਜੀ। ਤੁਸੀਂ ਸ਼੍ਰੀਨਗਰ ਵੀ ਮੈਂਸ਼ਨ ਕੀਤਾ? ਸ਼੍ਰੀਨਗਰ ਵੀ, ਲੇਹ ਵੀ। ਐਂਡ ਆਫ ਕੋਰਸ ਇਹ ਗੱਲਾਂ ਤਾਂ ਹੀ ਕੀਤੀਆਂ ਜਾਂਦੀਆਂ ਕਿ ਗੱਲਾਂ 'ਚੋਂ ਗੱਲਾਂ ਨਿਕਲਦੀਆਂ, ਕੁਛ ਚੀਜ਼ਾਂ ਕੋਇਨਸੀਡੈਂਟਲੀ ਹੈ ਨਾ ਕੰਪੇਅਰ ਕਰ ਸਕਦੇ ਆਪਾਂ। ਸ਼੍ਰੀਨਗਰ ਦੇ ਵਿੱਚ ਹੀ ਉਹ ਐਨਕਾਊਂਟਰ ਹੋਇਆ ਸੀ ਜਦੋਂ ਸਰ ਸ਼ਹੀਦ ਹੋ ਗਏ ਸੀ। ਹਾਂਜੀ। ਵਾਪਸ ਉਸੇ ਜਗ੍ਹਾ 'ਤੇ ਜਾ ਕੇ ਸਰਵ ਕਰਨਾ, ਤੇ ਇਹ ਇਮੋਸ਼ਨਸ ਕੀ ਰਹੇ ਹੋਣੇ ਉਸ ਟਾਈਮ? ਮੈਂ ਐਕਚੁਅਲੀ ਉਸ ਜਗ੍ਹਾ 'ਤੇ ਜਾਣਾ ਚਾਹ ਰਹੀ ਸੀ, ਬਟ ਮੈਂ ਮਤਲਬ ਉਸ ਜਗ੍ਹਾ 'ਤੇ ਦੇਖਣਾ ਚਾਹ ਰਹੀ ਸੀਗੀ। ਇਨਫੈਕਟ ਮੈਂ ਉਸ ਜਗ੍ਹਾ 'ਤੇ ਵੀ ਜਾਣਾ ਚਾਹ ਰਹੀ ਸੀ ਜਿੱਥੇ ਇਹ ਇਨਕਾਊਂਟਰ ਹੋਇਆ, ਬਟ ਉਹ ਥੋੜ੍ਹਾ ਜਿਹਾ ਏਰੀਆ ਨਹੀਂ ਤੁਸੀਂ ਜਾ ਸਕਦੇ। ਬਟ ਮੈਂ ਉਸ ਜਗ੍ਹਾ ਨੂੰ ਦੇਖਣਾ ਚਾਹ ਰਹੀ ਸੀ, ਉਸ ਦੇ ਆਸ-ਪਾਸ ਦੇਖਣਾ ਚਾਹ ਰਹੀ ਸੀ। 2RR ਹਾਲੇ ਵੀ ਉੱਥੇ ਆ, ਉਹ ਹਾਲੇ ਵੀ ਮੈਨੂੰ ਬੁਲਾਉਂਦੇ ਨੇ। ਜਦੋਂ ਅਸੀਂ ਪਿੱਛੇ ਮੋਟਰਸਾਈਕਲ ਰੈਲੀ 'ਤੇ ਗਏ ਸੀ, ਨਾਰੀ ਸਸ਼ਕਤੀਕਰਨ ਰੈਲੀ 'ਤੇ, ਉਦੋਂ ਵੀ 2RR ਨੇ ਮੈਨੂੰ ਉੱਥੇ ਇਨਵਾਈਟ ਕੀਤਾ ਸੀ। ਹੁਣ ਉਹ ਸ਼ਰੀਫਾਬਾਦ ਹੈ। ਸੋ ਮੈਂ ਉਹ ਏਰੀਆ ਦੇਖਣਾ ਚਾਹ ਰਹੀ ਸੀਗੀ ਐਕਚੁਅਲੀ। ਓਕੇ, ਹਾਂਜੀ। ਆਈ ਜਸਟ ਵਾਂਟਡ ਟੂ ਸੀ ਦੈਟ ਏਰੀਆ। ਓਕੇ, ਐਂਡ ਮੈਮ ਹੁਣ ਆਪਾਂ ਉਸ ਏਰੀਆ ਦੀ ਗੱਲ ਕਰ ਹੀ ਰਹੇ ਹਾਂ। ਤੁਸੀਂ ਜਿਹੜਾ ਉਹ ਐਨਕਾਊਂਟਰ ਹੋਇਆ, ਉਹਦਾ ਮੈਂ 2 ਇੰਟਰਵਿਊਜ਼ ਦੇ ਵਿੱਚ ਸੁਣਿਆ, ਬਟ ਦੇਰ ਆਰ ਲੋਟ ਆਫ ਪੀਪਲ ਜੋ ਆਡੀਅੰਸ ਨਵੀਂ ਹੁੰਦੀ ਹੈ, ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਐਗਜ਼ੈਕਟਲੀ ਹੋਇਆ ਕੀ। ਤਾਂ ਜਦੋਂ ਸਰ ਉਸ ਐਨਕਾਊਂਟਰ 'ਚ ਗਏ ਤਾਂ ਉਹਦੇ ਬਾਰੇ ਥੋੜ੍ਹਾ ਦੱਸੋਗੇ ਕਿ ਉਦੋਂ ਇਸ਼ੂ ਕੀ ਸੀ, ਕੀ ਹਾਲਾਤ ਸੀਗੇ, ਐਂਡ ਕਿੰਨੇ ਕੁ ਜਵਾਨ ਸੀ, ਕਿੰਨੇ ਇਕੱਠੇ ਹੋ ਕੇ ਆਰਮੀ ਦੇ ਪਰਸੋਨਲਸ ਉੱਥੇ ਗਏ, ਜੋ ਟੀਮ ਗਈ ਉੱਥੇ, ਯੂਨਿਟ ਗਈ, ਐਂਡ ਉਹਦੇ ਵਿੱਚੋਂ ਕਿੰਨੀਆਂ ਕੈਜੂਅਲਟੀਜ਼ ਰਹੀਆਂ, ਕਿੰਨੀਆਂ ਇੰਜਰੀਜ਼ ਰਹੀਆਂ, ਉਹ ਸਾਰਾ ਥੋੜ੍ਹਾ ਐਕਸਪਲੇਨ ਕਰੋਗੇ ਪਲੀਜ਼? ਹਾਂਜੀ, ਉਸ ਟਾਈਮ 'ਤੇ 97 ਦੇ ਵਿੱਚ ਉਹ ਏਰੀਆ ਕਾਫੀ ਇਨਫੈਕਟਡ ਕਹਿ ਸਕਦੇ ਹਾਂ ਮਿਲੀਟੈਂਟਸ ਦਾ, ਐਂਟੀ ਨੈਸ਼ਨਲ ਐਲੀਮੈਂਟਸ ਕਹਾਂਗੇ ਆਪਾਂ ਉਹਨਾਂ ਨੂੰ, ANEs, ਉਦੋਂ ਕਾਫੀ ਇਨਫੈਕਟਡ ਸੀਗਾ ਇਹਨਾਂ ਦਾ। ਅਤੇ ਇਹਨਾਂ ਨੂੰ ਕੋਈ ਨਿਊਜ਼ ਮਿਲੀ ਕਿ ਇਸ ਪਿੰਡ ਦੇ ਵਿੱਚ, ਪਿੰਡ ਦਾ ਵਿਲੇਜ ਮੇਬੀ ਕਾਸ਼ਪੁਰ ਔਰ ਕਾਗਾਪੁਰ, ਆਈ ਡੋਂਟ ਰਿਮੈਂਬਰ ਐਗਜ਼ੈਕਟਲੀ, ਸੋ ਕਿ ਇੱਥੇ ਕੁਛ ਐਂਟੀ ਨੈਸ਼ਨਲ ਐਲੀਮੈਂਟਸ ਹਾਈਡ ਕਰ ਰਹੇ ਨੇ ਜੀ। ਸੋ ਇਹ ਸਿਰਫ ਕੋਆਰਡਨ ਕਰਨ ਗਏ ਸੀ, ਦੇਖਣ ਚੈੱਕ ਕਰਨ ਗਏ ਸੀ। ਅਤੇ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਇਹਨਾਂ ਦੀ ਸਹੀ ਸੀਗੀ, ਸੋ ਇਹਨਾਂ ਨੇ ਵਿਲੇਜ ਨੂੰ ਕੋਆਰਡਨ ਕੀਤਾ। ਜਿਹੜੀ ਇਹਨਾਂ ਦੀ ਕੰਪਨੀ ਸੀਗੀ, ਬੈਟਰੀ ਸੀਗੀ, ਉਹਨਾਂ ਨੇ ਪੂਰੇ ਵਿਲੇਜ ਨੂੰ ਕੋਆਰਡਨ ਕੀਤਾ ਐਂਡ ਚੈਲੰਜ ਕੀਤਾ ਮਿਲੀਟੈਂਟਸ ਨੂੰ। ਸੋ ਮਿਲੀਟੈਂਟਸ ਜਦੋਂ ਭੱਜਣ ਲੱਗੇ ਅਤੇ ਇਹਨਾਂ ਦਾ ਆਮਣੇ ਸਾਹਮਣੇ ਜਦੋਂ ਫਾਇਰਿੰਗ ਹੋਈ ਹੈ, ਉਹਦੇ ਵਿੱਚ ਇਹਨਾਂ ਵੱਲੋਂ 3 ਮਿਲੀਟੈਂਟਸ ਮਾਰੇ ਗਏ ਸੀਗੇ, ਅਤੇ ਆਰਮੀ ਦੀ ਕੈਜੂਅਲਟੀ ਸਿਰਫ ਇੱਕੋ ਹੀ ਹੋਈ ਸੀ, ਦੈਟ ਵਾਜ਼ ਮਾਈ ਹਸਬੈਂਡ। ਹਾਂਜੀ, ਓਕੇ। ਸੋ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇਹਨਾਂ ਨੂੰ ਵੀ ਗੋਲੀਆਂ ਲੱਗੀਆਂ, ਬਟ ਇਹਨਾਂ ਨੇ ਮਰਨ ਤੋਂ ਪਹਿਲਾਂ 2 ਤੋਂ 3 ਮਿਲੀਟੈਂਟਸ ਇਹਨਾਂ ਨੇ ਮਾਰੇ ਸੀਗੇ। ਓਕੇ ਮੈਮ। ਸੋ ਆਫ ਕੋਰਸ ਇਹ ਜਿਹੜੇ ਸੈਂਸਿਟਿਵ ਗੱਲਾਂ ਹੁੰਦੀਆਂ ਉਹਦੇ ਬਾਰੇ ਖੁਦ ਤੋਂ ਹੀ ਕੁਐਸਚਨ ਕਰਨਾ ਬੜਾ ਔਖਾ ਲੱਗਦਾ। ਤੁਸੀਂ ਜਦੋਂ ਯਾਦ ਕਰਕੇ ਦੱਸਦੇ ਹੋਵੋਗੇ, ਬਹੁਤ ਡਿਫਿਕਲਟ ਰਹਿੰਦਾ ਹੋਊਗਾ। ਸੋ ਨਾਓ ਮੂਵਿੰਗ ਅਹੈਡ ਮੈਮ, ਪੋਸਟ ਰਿਟਾਇਰਮੈਂਟ, ਸੋ ਇੱਕ ਤਾਂ ਜਿੰਨੀ ਦੇਰ ਤੱਕ ਸਰਵ ਕਰ ਰਹੇ ਹੁੰਦੇ ਆ, ਰਿਸਪੋਂਸਿਬਿਲਿਟੀਜ਼ ਹੋਰ ਤਰ੍ਹਾਂ ਦੀਆਂ ਹੁੰਦੀਆਂ। ਆਪਾਂ ਬਹੁਤ ਇੱਕ ਦਾਇਰੇ 'ਚ ਰਹਿ ਕੇ ਸਾਰੇ ਕੰਮ ਜ਼ਿੰਦਗੀ ਦੇ ਕਰਨੇ ਹੁੰਦੇ ਆ। ਨਾਓ ਪੋਸਟ ਰਿਟਾਇਰਮੈਂਟ, ਵਾਟ ਆਰ ਦ ਹੌਬੀਜ਼ ਦੈਟ ਯੂ ਆਰ ਕੈਰਿੰਗ ਫਾਰਵਰਡ ਯੂਰ ਲਾਈਫ ਵਿਦ? ਮੈਂ ਇਨਫੈਕਟ ਆਰਮੀ ਦੇ ਵਿੱਚ ਹੀ ਕੁਛ ਹੌਬੀਜ਼ ਸ਼ੁਰੂ ਕਰਤੀਆਂ ਸੀਗੀਆਂ, ਜਿੱਦਾਂ ਮੈਂ ਸਕੂਬਾ ਡਾਈਵਿੰਗ ਕੀਤਾ, ਰਿਵਰ ਰਾਫਟਿੰਗ ਕੀਤਾ, ਸਾਈਕਲ ਐਕਸਪੀਡੀਸ਼ਨਸ ਮੈਂ ਬਹੁਤ ਕੀਤੇ ਆਰਮੀ ਦੇ ਨਾਲ ਵੀ ਔਰ ਬਾਅਦ ਵਿੱਚ ਵੀ, ਐਂਡ ਮੋਟਰਸਾਈਕਲ ਰੈਲੀਜ਼ ਕੀਤੀ ਸੀ ਆਰਮੀ ਦੇ ਨਾਲ। ਜਿਹੜੀ ਆਪਣਾ ਕਾਰਗਿਲ ਵਿਜੇ ਦਿਵਸ ਦਾ ਸੈਲੀਬ੍ਰੇਸ਼ਨ ਲਈ ਲਾਸਟ ਈਅਰ ਸੀਗਾ, ਇਹ ਦਿੱਲੀ ਤੋਂ ਫਲੈਗ ਆਫ ਹੋਈ ਸੀਗੀ ਨਾਰੀ ਸਸ਼ਕਤੀਕਰਨ ਰੈਲੀ, ਜਿਹਦੇ ਵਿੱਚ ਅਸੀਂ 25 ਲੇਡੀਜ਼ ਸੀਗੀਆਂ ਆਰਮੀ ਦੀਆਂ, ਜਿਹਦੇ ਵਿੱਚ ਕੁਛ ਸਰਵਿੰਗ ਆਫਿਸਰਸ ਸੀਗੇ, ਮੈਂ ਉਸ ਟਾਈਮ ਰਿਟਾਇਰ ਹੋ ਚੁੱਕੀ ਸੀਗੀ, ਸੋ ਕੁਛ ਰਿਟਾਇਰ ਸੀਗੇ, ਕੁਛ ਸਪਾਊਸਿਸ ਸੀਗੇ ਇਹਨਾਂ ਦੇ ਵਿੱਚ ਆਰਮੀ ਆਫਿਸਰਸ ਦੇ, ਡਿਫੈਂਸ ਦੇ ਰਾਦਰ, ਕਿਉਂਕਿ ਕੁਛ ਨੇਵੀ ਦੇ ਵੀ, ਕੁਛ ਏਅਰਫੋਰਸ ਦੇ ਵੀ ਸੀਗੇ। ਸੋ ਟੋਟਲ 25 ਲੇਡੀਜ਼ ਸੀਗੀਆਂ ਇਸ ਰੈਲੀ ਦੇ ਵਿੱਚ, ਜਿਨ੍ਹਾਂ ਨੇ ਕਾਰਗਿਲ ਤੋਂ ਸ਼ੁਰੂ ਦਿੱਲੀ ਤੋਂ ਸ਼ੁਰੂ ਕਰਕੇ ਡਿਫਰੈਂਟ ਜਗ੍ਹਾ ਦੇ ਵਿੱਚ ਰੁਕਦੇ ਹੋਏ, ਹਰ ਸਕੂਲ ਕਾਲਜਸ ਦੇ ਵਿੱਚ ਕੁਛ ਨਾ ਕੁਛ ਆਪਣੀ ਸਟੋਰੀਜ਼ ਦੱਸਦੇ ਹੋਏ, ਅਤੇ ਅਸੀਂ ਕਾਰਗਿਲ ਪਹੁੰਚੇ ਸੀਗੇ। ਸੋ ਹੁਣ ਇਹੀ ਹੈ, ਮੈਂ
ਸੋ ਥੀਸ ਆਰ ਦ ਹੌਬੀਜ਼ ਦੈਟ ਯੂ ਆਰ ਕੈਰਿੰਗ ਯੋਰ ਲਾਈਫ ਫਾਰਵਰਡ, ਹੈ ਨਾ ਜੀ। ਹਾਂਜੀ। ਤਾਂ ਇਹ ਜਿਹੜੀਆਂ ਹੌਬੀਜ਼ ਹੈਗੀਆਂ, ਤੁਹਾਨੂੰ ਕੀ ਲੱਗਦਾ ਹੈ ਕਿੰਨੀਆਂ ਕੁ ਜ਼ਰੂਰੀ ਹੈ ਲਾਈਫ ਵਿੱਚ ਰੱਖਣੀਆਂ ਪੋਸਟ ਰਿਟਾਇਰਮੈਂਟ? ਅਕਸਰ ਇਹ ਫੀਲ ਕੀਤਾ ਜਾਂਦਾ ਹੈ ਕਿ ਹੁਣ ਤਾਂ ਰਿਟਾਇਰ ਹੋ ਗਏ, ਹੁਣ ਬਸ ਆਰਾਮ ਹੀ ਕਰਨਾ ਹੈ। ਨਹੀਂ, ਮੇਰੇ ਹਿਸਾਬ ਨਾਲ ਤਾਂ ਵੀ ਹੌਬੀਜ਼ ਬਿਲਕੁਲ ਰੱਖਣੀਆਂ ਚਾਹੀਦੀਆਂ, ਕਿਉਂਕਿ ਇੱਕ ਲਾਈਫ ਦੇ ਵਿੱਚ ਲੁੱਕ ਫਾਰਵਰਡ, ਮਤਲਬ ਤੁਸੀਂ ਕੁਝ ਕਰਦੇ ਰਹੋ, ਬਿਲਕੁਲ ਘਰ ਨਾ ਬਹਿ ਜਾਓ ਕਿ ਮੈਂ ਰਿਟਾਇਰ ਹੋ ਗਈ ਹਾਂ ਜਾਂ ਰਿਟਾਇਰ ਹੋ ਗਿਆ ਹੈ ਅਤੇ ਬਸ ਹੁਣ ਮੈਂ ਘਰ ਬਹਿ ਜਾ। ਕੁਛ ਨਾ ਕੁਛ ਹੌਬੀਜ਼ ਡੈਫੀਨੇਟਲੀ ਰੱਖਣੀ ਚਾਹੀਦੀਆਂ, ਭਾਵੇਂ ਕੋਈ ਰੀਡਿੰਗ ਕਰੇ, ਭਾਵੇਂ ਕੋਈ ਡਰਾਈਵਸ 'ਤੇ ਜਾਵੇ, ਰਾਈਡ ਕਰੇ, ਕੁਛ ਵੀ ਕਰੇ, ਇੱਕ ਹੌਬੀ ਜ਼ਰੂਰ ਹੋਣੀ ਚਾਹੀਦੀ ਹੈ ਲਾਈਫ 'ਚ। ਮੈਮ ਤੁਸੀਂ ਕੁਛ ਜਿਹੜੇ ਸ਼ੌਂਕ ਤੇ ਹੌਬੀਜ਼ ਹੈ ਹਜੇ ਉਹਨਾਂ ਦਾ ਜ਼ਿਕਰ ਨਹੀਂ ਵੀ ਕੀਤਾ। ਮੈਂ ਤੁਹਾਨੂੰ ਸ਼ੋਅ ਤੇ ਇਨਵਾਈਟ ਕਰਨ ਦੇ ਲਈ ਘਰੇ ਆਇਆ ਸੀ। ਹਾਂਜੀ। ਤੇ ਇੱਕ ਤਾਂ ਤੁਹਾਨੂੰ ਪਲਾਂਟਸ ਦਾ ਬਹੁਤ ਸ਼ੌਂਕ ਹੈ। ਹਾਂਜੀ, ਬਹੁਤ ਜ਼ਿਆਦਾ। ਤੇ ਦੂਸਰਾ, ਬਿਲਕੁਲ ਜਦੋਂ ਆਪਾਂ ਗੇਟ ਐਂਟਰ ਕਰਦੇ ਹਾਂ ਤਾਂ ਕੁਛ ਵੀ ਹੋਰ ਚੀਜ਼ ਦੇਖਣ ਤੋਂ ਪਹਿਲਾਂ ਤੁਹਾਡਾ ਸਕੂਟਰ ਨਜ਼ਰ ਆਉਂਦਾ। ਹਾਂਜੀ, ਉਹ ਮੇਰਾ ਸਕੂਟਰ, ਉਹ ਮੇਰਾ ਇਨਫੈਕਟ ਮੈਰਿਜ ਤੋਂ ਪਹਿਲਾਂ ਦਾ ਮੇਰਾ ਸਕੂਟਰ ਹੈ ਉਹ ਜੀ। ਸੋ ਮੈਰਿਜ ਤੋਂ ਬਾਅਦ ਵੀ ਉਹਨੂੰ ਮੈਂ ਲੈ ਗਈ ਸੀ, ਉਹਦੇ ਉੱਤੇ ਮੈਂ ਕਾਲਜ ਜਾਂਦੀ ਹੁੰਦੀ ਸੀ, ਅਤੇ ਫਿਰ ਮੈਰਿਜ ਤੋਂ ਬਾਅਦ ਵੀ ਮੈਂ ਆਪਣੇ ਡੈਡ ਨੂੰ ਕਿਹਾ ਕਿ ਮੈਨੂੰ ਇਹ ਦੇ ਦਿਓ, ਔਰ ਬਾਅਦ ਵਿੱਚ ਉਹ ਮੇਰੇ ਮਾਮਾ ਜੀ ਨੇ ਲੈ ਲਿਆ ਸੀ, ਅਤੇ ਹੁਣ ਉਹਨਾਂ ਤੋਂ ਮੈਂ ਵਾਪਿਸ ਲਿਆ ਵਾ। ਤਾਂ ਹਜੇ ਵੀ ਉਹੀ ਸ਼ੌਕ ਨਾਲ ਰੱਖਿਆ ਜਾਂਦਾ? ਬਿਲਕੁਲ। PCN 300 ਉਹਦਾ ਹੈਗਾ ਨਾ ਨੰਬਰ, PCN 300। ਓਕੇ, ਤਾਂ ਆਪਾਂ PCN 300 ਦੀ ਪਿਕਚਰ ਵੀ ਜ਼ਰੂਰ ਲਾਵਾਂਗੇ ਇਹਦੇ 'ਚ। ਪੱਕਾ। ਬਹੁਤ ਯਾਦਾਂ ਉਸ ਨਾਲ, ਉਹਦੇ ਨਾਲ ਬਹੁਤ ਯਾਦਾਂ। ਕੋਈ ਯਾਦ ਕਿਉਂ ਨਾ ਸ਼ੇਅਰ ਕੀਤੀ ਜਾਵੇ। ਵੀ ਹੈਵ ਟਾਕਡ ਅ ਲੋਟ ਆਫ ਸੈਂਸਿਟਿਵ ਐਂਡ ਇਮੋਸ਼ਨਲ ਥਿੰਗਸ, ਹੈ ਨਾ, ਬੜਾ ਸੀਰੀਅਸ ਗੱਲਾਂ ਬਾਤਾਂ ਰਹਿੰਦੀਆਂ। ਬਟ ਹੁਣ ਟੁਵਰਡਸ ਦ ਐਂਡ, ਇਸ ਤੋਂ ਪਹਿਲਾਂ ਕਿ ਆਪਾਂ ਸਿਮਰਨ ਨਾਲ ਵੀ ਬੈਠ ਕੇ ਗੱਲਾਂ ਬਾਤਾਂ ਕਰੀਏ, ਮਤਲਬ ਉਹਦੇ ਉੱਪਰ ਅਸੀਂ ਚੰਡੀਗੜ੍ਹ ਪੂਰਾ ਘੁੰਮਿਆ ਹੈ। ਲਾਈਕ ਆਪਣੇ ਜਦੋਂ ਕਾਲਜ ਟਾਈਮ ਤੇ ਹੁੰਦੇ ਸੀ, ਉੱਥੇ ਕਸੌਲੀ ਜਾਣਾ, ਉਹਨਾਂ ਦਿਨਾਂ 'ਚ ਪੈਟਰੋਲ ਘੱਟ ਹੁੰਦਾ ਸੀਗਾ, ਕਸੌਲੀ ਜਾਣਾ, ਵਾਪਸੀ ਤੇ ਸਕੂਟਰ ਨੂੰ ਬੰਦ ਕਰਕੇ ਲਿਆਉਣਾ ਕਿ ਪੈਟਰੋਲ ਬਚ ਜੇ ਥੋੜਾ ਜਿਹਾ, ਢਲਾਨ ਤੇ ਰੇੜ ਕੇ ਲੈ ਕੇ ਆਉਣਾ। ਫਿਰ ਮੈਰਿਜ ਤੋਂ ਬਾਅਦ ਜਦੋਂ ਮੈਂ ਇਨਫੈਕਟ ਪ੍ਰੈਗਨੈਂਟ ਸੀ, ਉਹਦੇ ਉੱਪਰ ਹੀ ਅਸੀਂ ਹਸਪੀਟਲ ਜਾਂਦੇ ਹੁੰਦੇ ਸੀਗੇ। ਓਕੇ। ਸੋ ਮਤਲਬ ਬਹੁਤ ਅੱਛੀਆਂ ਯਾਦਾਂ ਉਹਨਾਂ। ਤੇ ਉਦੋਂ ਚੰਡੀਗੜ੍ਹ ਸਕੂਟਰ ਤੇ ਘੁੰਮਦੇ ਸੀ ਬਹੁਤ, ਤੇ ਉਦੋਂ ਦਾ ਤੇ ਹੁਣ ਚੰਡੀਗੜ੍ਹ ਬਹੁਤ ਫਰਕ ਹੈ। ਤੁਸੀਂ ਕੁਝ ਕਹਿਣ ਲੱਗੇ ਸੀ ਗੇੜੀ ਰੂਟ ਬਾਰੇ? ਗੇੜੀ ਰੂਟ ਮਤਲਬ ਉਹ ਤਾਂ ਗੇੜੀ ਰੂਟ ਜਿਹੜਾ ਆਪਣਾ GCG ਸੈਕਟਰ 11 ਵਾਲਾ ਜਾਂ ਹੋਮ ਸਾਇੰਸ ਵਾਲਾ ਸੈਕਟਰ 17, ਤੇ ਉਹਨਾਂ ਦਿਨਾਂ 'ਚ ਰਸ਼ ਘੱਟ ਹੁੰਦਾ ਸੀ, ਮਜ਼ਾ ਆਉਂਦਾ ਸੀ ਗੱਡੀ ਚਲਾਉਣ ਦਾ। ਅੱਜ ਕੱਲ੍ਹ ਰਸ਼ ਬਹੁਤ ਜ਼ਿਆਦਾ ਹੈ, ਔਰ ਜਗ੍ਹਾ ਜਗ੍ਹਾ ਤੇ ਲਾਈਟਸ ਜ਼ਿਆਦਾ ਲੱਗ ਗਈਆਂ। ਤੇ ਉਦੋਂ ਤਾਂ ਇੱਕ ਤਾਂ ਸਕੂਟਰ ਕੋਲੇ ਹੋਣਾ, ਤੇ ਦੂਸਰਾ ਗੇੜੀ ਰੂਟ ਤੇ ਨਿਕਲ ਜਾਣਾ। ਬਿਲਕੁਲ। ਉਹ ਚੰਡੀਗੜ੍ਹ ਬਹੁਤ ਅੱਛਾ ਸੀਗਾ, ਵੈਸੇ ਹੁਣ ਵੀ ਅੱਛਾ, ਬਟ ਉਹ ਵਾਲਾ ਬਹੁਤ ਅੱਛਾ ਸੀਗਾ। ਅਮੇਜ਼ਿੰਗ। ਸੋ ਇਹ ਯਾਦਾਂ ਕੁਛ ਤੁਹਾਡੇ PCN 300 ਦੀਆਂ? ਬਿਲਕੁਲ। ਉਹਦਾ ਹੁਣ ਨਾਮ ਹੀ ਲਿਆ ਜਾਊਗਾ PCN 300। ਠੀਕ ਹੈ ਜੀ। ਤੇ ਇਹ ਮੈਮ ਤੁਸੀਂ ਕਿਹਾ ਤੁਸੀਂ ਅੰਮ੍ਰਿਤਸਰ ਉਸ ਬੈਲਟ ਤੋਂ ਬਿਲੋਂਗ ਕਰਦੇ ਹੋ, ਤਾਂ ਇਹ ਸਕੂਟਰ ਲਿਆ ਕਿਸ ਜਗ੍ਹਾ ਤੋਂ ਸੀ? ਇਹ ਮੇਰੇ ਡੈਡੀ ਨੇ ਲਿਆ ਸੀ, ਮੈਨੂੰ ਯਾਦ ਨਹੀਂ, ਸ਼ਾਇਦ ਲੁਧਿਆਣੇ ਤੋਂ ਲਿਆ ਹੋਏਗਾ, ਮੈਨੂੰ ਖੁਦ ਨਹੀਂ ਪਤਾ, ਬਟ ਡੈਡੀ ਦਾ ਸੀਗਾ ਇਹ ਸਕੂਟਰ, ਡੈਡੀ ਤੋਂ ਫਿਰ ਮੈਂ ਲਿਆ ਸੀ ਇਹ। ਓਕੇ। ਹਾਂਜੀ। ਉਦੋਂ ਤੁਸੀਂ ਬੇਸਡ ਸੀਗੇ ਆਪਣੇ ਪਿੰਡ? ਨਹੀਂ, ਉਦੋਂ ਮੈਂ ਡੈਡੀ ਨਾਲ ਹੀ, ਮਤਲਬ ਸਾਡਾ ਡੈਡੀ ਦੀ ਪੋਸਟਿੰਗ ਲੁਧਿਆਣੇ ਸੀਗੀ, ਪਠਾਨਕੋਟ ਸੀਗੀ, ਸੋ ਉਹਨਾਂ ਦੇ ਨਾਲ ਹੀ ਸੀਗੇ ਅਸੀਂ। ਤਾਂ PCN 300 ਹਮੇਸ਼ਾ ਨਾਲ ਹੀ ਰਿਹਾ। ਅੱਜ ਤੱਕ ਨਾਲ ਹੈ? ਅੱਜ ਤੱਕ ਨਾਲ ਹੈ। ਤਾਂ PCN 300 ਦੀ ਪਿਕਚਰ ਇੱਥੇ ਐਡ ਕਰਨੀ ਜ਼ਰੂਰ ਬਹੁਤ ਜ਼ਰੂਰੀ ਹੈ। ਤਾਂ ਠੀਕ ਹੈ ਮੈਮ, ਆਈ ਐਮ ਸ਼ੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਰਹਿੰਦੀਆਂ ਜੋ ਸਭ ਨਾਲ ਸ਼ੇਅਰ ਕਰਨੀਆਂ ਜ਼ਰੂਰੀ ਹੁੰਦੀਆਂ। ਆਫ ਕੋਰਸ ਤੁਹਾਡੀਆਂ ਨੈਸ਼ਨਲ TV ਚੈਨਲਸ 'ਤੇ ਵੀ ਬਹੁਤ ਡਿਸਕਸ਼ਨਸ ਆਈਆਂ, ਤਾਂ ਦੇਰ ਵੁੱਡ ਬੀ ਅ ਲੋਟ ਆਫ ਪੀਪਲ ਜਿਨ੍ਹਾਂ ਨੇ ਆਲਰੇਡੀ ਤੁਹਾਨੂੰ ਸੁਣਿਆ ਜਾਣਿਆ, ਬਟ ਬਹੁਤ ਸਾਰੀ ਆਡੀਅנס ਨਵੀਂ ਹੁੰਦੀ ਹੈ ਜਿਨ੍ਹਾਂ ਤੱਕ ਇਹ ਸਾਰੀਆਂ ਗੱਲਾਂ ਸ਼ੇਅਰ ਕਰਨੀਆਂ ਜ਼ਰੂਰੀ ਹੁੰਦੀਆਂ। some light moments of life, but then some serious moments, ਜਿਨ੍ਹਾਂ ਦੇ ਥਰੂ ਹੀ ਜ਼ਿੰਦਗੀ ਦੀ ਅਸਲ ਸੱਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ। Thank you so much for sharing everything over here, ma'am. Thank you so much for inviting me over here. Thank you so much for being on The Mubarak Show. Thank you. It was an honor having you here, ma'am. Thank you. Thank you. Same here. Thank you. So that was Lieutenant Colonel Ravinderjeet Randhawa with us, and as I told you earlier ਕਿ ਉਹਨਾਂ ਦੀ daughter Simran Randhawa is also with us. ਬਟ ਜਿਹੜੀ ਅੱਗੇ ਦੀ ਡਿਸਕਸ਼ਨ ਹੈ ਉਹ ਹਿੰਦੀ ਤੇ ਇੰਗਲਿਸ਼ ਦੇ ਵਿੱਚ ਰਹੂਗੀ। ਬੀਇੰਗ ਐਨ ਆਰਮੀ ਕਿਡ, ਇਟ ਇਜ਼ ਆਲਵੇਜ਼ ਡਿਫਿਕਲਟ ਕਿ ਆਪਾਂ ਇੱਕ ਲੈਂਗੁਏਜ ਨਾਲ ਉਹਦੇ 'ਤੇ ਰਿਸਟ੍ਰਿਕਟਡ ਰਹਿ ਸਕੀਏ। ਤਾਂ ਜਨਰਲੀ ਆਪਾਂ ਦੇਖਦੇ ਹਾਂ ਕਿ ਆਰਮੀ ਕਿਡਸ ਅਲੱਗ-ਅਲੱਗ ਥਾਵਾਂ 'ਤੇ ਪੋਸਟਿੰਗਸ ਹੁੰਦੀਆਂ ਰਹਿੰਦੀਆਂ, ਤਾਂ ਉਹਨਾਂ ਨੂੰ ਸਿਰਫ ਇੱਕ ਲੈਂਗੁਏਜ 'ਤੇ ਰਿਸਟ੍ਰਿਕਟ ਰਹਿਣਾ ਥੋੜ੍ਹਾ ਔਖਾ ਰਹਿੰਦਾ। ਸੇਮ ਇਜ਼ ਦ ਕੇਸ ਵਿਦ ਸਿਮਰਨ। She is more comfortable with Hindi and English. Of course, understands Punjabi, kuch Punjabi बोलते भी है, but उतना comfortably नहीं. So we'll continue further with Simran in Hindi and English. पहले अब हिंदी में सिमरन जी का वेलकम करते हैं with our signature statement. Simran, मुबारक हो for being on The Mubarak Show.
Thank you so much for having me. It's an absolute pleasure. बहुत अच्छा लगा आपसे मिलके, आज दूसरी बार मिल रहे हैं. बहुत अच्छा लगा आपसे मिलके. थैंक यू. एंड अभी आपने पहले सारी अपने मदर की, मैम की सारी बात सुनी, एंड जब आप यहाँ पे आके बैठे तो आप ऑलरेडी थोड़ा हंस रहे थे कि अब मम्मा मुझे किसी न किसी बात पे टोकेंगे या रोस्ट करेंगे. व्हाट इज दैट लव विद योर मदर? ये टोकना, हंसी मजाक, ये कैसा चलता है? तो मम्मा इज लाइक माई बेस्ट फ्रेंड. ओके. पूरी दुनिया में सबसे ज़्यादा क्लोज मैं उनके साथ हूँ. हमारा मतलब मदर डॉटर वाला रिलेशन तो है ही, बट हम बहुत ज़्यादा क्लोज हैं. तो हाँ जी, और सिबलिंग जैसा भी है, जिसमें मेरी टांग खींची जाती है हमेशा. वन ऑफ द प्राइमरी थिंग इज़ कि मम्मा मुझसे 1 इंच लंबी है, बट हर जगह पे वो बोलेंगी कि नहीं सिमरन, आप नहीं पहुंच पाओगे, आप हाइट में छोटे हो, मैं पहुंचूंगी. तो कुछ ना कुछ हर चीज़ में हमारी थोड़ी सी वो टांग खींचना, मजाक करना, सब कुछ बहुत चलता रहता है. एंड अभी मैम ऑफ कैमरा है, लेकिन फिर भी पीछे से इंस्ट्रक्शंस आ रही हैं. हाँ जी, बैकग्राउंड वाला वो ज़रूरी होता है. अगर मेरे पास फ़ोन होता तो फ़ोन पे मैसेजेस आ जाते. बैकग्राउंड मम्मा का होना पता चल जाता है. मेरी एक बार विजडम टीथ सर्जरी हो रही थी श्रीनगर में, तो मॉम मेरे पीछे बैकग्राउंड में बैठी हुई थी, एंड ऑल ऑफ अ सडन वो सर्जरी कर रहे हैं, सब कुछ सीरियस चल रहा है, पीछे से आवाज़ आती है मैं. मॉम फार्मवेल खेल रही थी फुल वॉल्यूम पे. ओके. हाँ जी, तो वो सब कुछ तो हमेशा चलता ही रहेगा. अमेजिंग. बट अभी इवन दो मैम इज नॉट ऑन कैमरा, सो मैम इज इन अ वे ऑन कैमरा. Yes, she's on camera. She's the director over here right now. Yes, director, producer, all of it. Okay, so amazing. Tell me one thing. अभी I really don't want to start on a serious note. Of course. पहले आज की बात करते हैं. हाँ जी. So now today Simran Randhawa is a writer of 3 books. Yes. एक बुक जो सबके सामने है ऑलरेडी. Yes. सेकंड बुक की अभी बल्क प्रिंटिंग नहीं हुई है. द बुक इज रेडी. Yes, the book is ready. और थर्ड बुक अभी रेडी भी नहीं हुई है, वो लैपटॉप में रेडी है, अभी उसका प्रिंट आउट नहीं आया. हाँ जी, उसका मैं कवर डिजाइन पे वर्क कर रही हूँ. उसके अलावा एवरीथिंग इज रेडी. उसके अलावा एवरीथिंग इज रेडी. ओके, सो योर फर्स्ट बुक you wrote about cost of war. Yes. पहले तो कॉस्ट ऑफ वॉर यहाँ पे भी दिखाइए सबको. यस, सो दैट इज द बुक, That's the book, Cost of War. Tell us something about this book. Why? How did you end up writing this book, Cost of War? So the credit of it, as almost everything that I do, goes to mom. My dad used to write a lot. Okay. And मैं भी लिखती बहुत थी, बहुत सालों से लिखती आई हूँ, बट मैं दुनिया में कुछ भी डालना नहीं चाहती थी. नर्वस थी, बैकलैश मिलेगा हर चीज़ में. जो भी आप करते हो, देयर ऑलवेज बी समवन जो आपको थोड़ा सा क्रिटिसाइज करेगा, और मैं वो करना नहीं चाहती थी, स्पेशली विद समथिंग दैट इज़ सो वल्नरेबल एंड सच अ पेनफुल मोमेंट. बट मॉम मुझे हमेशा बोलती रही कि जो मेरी स्टोरी है और जो मेरा लिखने का तरीका है, द वर्ल्ड नीड्स टू सी इट. एंड मेरे अंदर कैलिबर है, एंड शी केप्ट पुशिंग दैट. शी केप्ट सेइंग कि मेरे अंदर वो पोटेंशियल है, एंड इट नीड्स टू बी आउट देयर. इसकी स्टार्टिंग हुई थी अबाउट 2018 में. 2018 में मैंने एक छोटा सा आर्टिकल लिखा था पापा की डेथ एनिवर्सरी पे. Okay. एंड वो आर्टिकल वायरल हो गया. It got picked up by different news sources, online, offline, and that's how it got started. Because usually जो soldiers की families होती हैं, वो हमेशा ये कहती हैं कि भारत माँ के लिए कुछ भी, जो मैं भी कहती हूँ, भारत के लिए कुछ भी. अगर मुझे आज भी अपनी ज़िंदगी सैक्रिफाइस करनी पड़े, मैं एक सांस में कर दूँगी. पर मैं साथ में ये भी कहती हूँ कि मुझे मेरे पापा चाहिए. ये वाली स्टोरी रेजोनेट करी उन लोगों के साथ जो ये बोलना नहीं चाहते थे, क्योंकि हम सब ने बहुत खोए हैं. Yes. अगर आप कभी भी दिल्ली में नेशनल वॉर मेमोरियल पे जाते हैं, आज भी वहाँ पे एम्प्टी ब्लॉक्स हैं, क्योंकि हमें पता है कि और लोग शहीद होंगे. एंड उससे ज़्यादा डिप्रेसिंग सीन वहाँ पे और कोई नहीं है. तो उन सारे नामों के लिए, उन सब की फैमिलीज़ के लिए फिर मैंने फाइनली ये बुक लिखनी शुरू करी कोविड के टाइम पे. So Cost of War is the story inspired by a soldier's sacrifice, but it is the story of the families that I left behind. इस स्टोरी में मैं बात करती हूँ मम्मा और मेरे बारे में, बिकॉज मम्मा पहली वीर नारी बनी जो एक फ़ौज को ज्वाइन कर पाई. वीर नारी आज तक बहुत रही हैं, बट शी विल, और बहुत लोगों ने सपना भी देखा होगा, बट with the help of Dr. Ranjana Malik and General Ved Prakash Malik, PVSM, EVSM, she was able to join the army. She became the first and she inspired so many others. And मुझे लगता है कि मेरी बुक से उनकी स्टोरी और आगे पहुंच सकती है. पर जो इस बुक का दूसरा हाफ है, सिमरन, that is only
the story of a daughter who lost her father, who did not want to lose her father. And it's uska first chapter starts with child of war, because चाहे आप कुछ भी कर लो, कितना भी move on कर जाओ, कुछ भी हो जाए, and I have the most supportive mother you could ever find, but जो वो pain है वो आपके साथ हमेशा रहता है. So this is the cost of war जो families pay करती हैं. Soldiers अपनी ज़िंदगी के साथ, पर हम भी अपनी ज़िंदगी के साथ. Okay, so you have described the book very very beautifully. Thank you. इसके cost of war में से कुछ share करना चाहेंगे? Anything that you've written? Sure, I would like to read the very first poem that this book starts with. Okay, sure. This poem is written from the perspective of the soldier who's taking his last breath Okay. to the love of his life. It was inspired by Papa, because पापा ने मुझे 2-3 लेटर्स लिखे थे. Okay. एंड उन 2-3 लेटर्स में स्टार्ट हमेशा उन्होंने ऐसे किया था कि माई डॉटर दिस इज़ फॉर यू, बट पूरा लेटर लिखा है अबाउट हाउ मच आई लव योर मदर. तो उनका जो प्यार था मम्मा के साथ उससे इंस्पायर हुआ है. You still have those letters with you? Yes, I do, and I'll send you a photo of them. Amazing. It's called The Final Goodbye. There once was you. There once was me. If only life wasn't so cruel, we could just be. With the time fleeting, let me bid you adieu. My last breath is for our nation, but my heart is for you. But my darling, I was born to be a soldier, and now I am dying as one. If only I could grow old with you. If only I could stay. If only. If only I could have one more day to call you mine. One more day to see my little one smile. To see those eyes looking back at me. One more day to be a family. If only. If only the safety of our nation wasn't my duty. If only. Darling, you are my sunshine. You are my heart. But I can feel the darkness creeping in. I can see the first light and the final one. With these last words, let it be heard. For as long as there is you, there is me. For as long as there is war, there is Shaheed. Very touching. एंड ये जो सारी बुक है कॉस्ट ऑफ वॉर, इसमें आपने शुरुआत तो पोएम से करी है जी, बट आगे स्टोरीज भी नरेट की हुई हैं? हाँ जी, आगे पूरा नॉन फिक्शन स्टाइल स्टोरी नरेट हुई है. फर्स्ट हाफ इज रूमी विच इज ममा की स्टोरी, तो थर्ड पर्सन पर्सपेक्टिव से है. एंड जो सेकंड पार्ट है दैट सिमरन, वो फर्स्ट पर्सन मेरी स्टोरी है. Okay, so that was about your first book. Tell me one thing, what are you doing these days? You are based out of Canada now. Yes, I studied there. I studied there and you told me the degree जो वहाँ पे आपने करी. बट आपने वो जब डिग्री बताई, मैंने आपसे 2 बार पूछी, मैं पूरे का पूरे वर्ड्स नहीं याद रख सकता. So you please tell us again what's the graduation that you've done? So I studied 11th and 12th में Sherwood नैनीताल से, जब मॉम की श्रीनगर में पोस्टिंग थी. एंड उसके बाद आई वेंट टू कनाडा, ब्रिटिश कोलंबिया. वहाँ पे साइमन फ्रेजर यूनिवर्सिटी में मैंने बैचलर्स की है. माई बैचलर्स डिग्री इज आई डिड अ डबल माइनर इन साइकोलॉजी एंड क्रिमिनोलॉजी. I'll repeat that. Double minor in psychology and criminology. Okay. And certificates in liberal arts. Certificates in liberal arts. Okay. Forensic studies. Forensic studies. And general criminology. And general criminology. जी, हाँ जी. That's it. That's it. बस अभी के लिए. अभी मुझे पूरी वॉल फिल करनी है, तो अभी और कराई जाएगी. Okay, amazing. So that's your graduation. Yes, that's and my graduation. your certification along with that. And post your graduation and certifications, what are your work responsibilities? अभी क्या कर रहे हैं? Currently, I'm based in Manitoba. I'm a researcher over there. So अभी I've been working there for about 2.5 years. Okay. जी. एज अ रिसर्चर क्या कुछ किन चीज़ों के ऊपर रिसर्च चलती है आपकी? वो कॉन्फिडेंशियल है. आप वो हम एग्जैक्टली चीज़ें नहीं पूछेंगे, बट व्हाट सॉर्ट ऑफ रिसर्च आर यू डूइंग? आई वर्क विद द एक्सटर्नल रिलेशंस इन द यूनिवर्सिटी ऑफ मैनिटोबा, तो मैं उनके लिए रिसर्च करती हूँ. आपने ये नहीं बताया कि रिसर्च किस चीज के ऊपर करते हो. हम आपसे कॉन्फिडेंशियल रिपोर्ट्स नहीं मांगेंगे, लेकिन आप क्रिमिनोलॉजी और जो टर्म्स आपने यूज किए, हाँ जी, सो देयर मस्ट बी अ लॉट ऑफ सेंसिटिव थिंग्स जिनके ऊपर काम चल रहा होगा. जी, इसी वजह से मैं कुछ बोल नहीं सकती, इसीलिए योर लिप्स आर सील्ड. हाँ जी, प्रीटी मच. ओके, परफेक्ट. वील नॉट रियली टॉक मोर अबाउट दैट. थैंक यू. बट देन व्हाट अबाउट वील टॉक अबाउट योर हॉबीज अदर देन राइटिंग. सो आप राइटिंग तो कर ही रहे हैं, अभी आप सेकंड बुक और थर्ड बुक की भी बात करेंगे. Any other hobbies that you are taking up? So many. अभी मैंने recently आइस हॉकी सीखनी शुरू करी है. उससे पहले I used to do horse riding, जो अभी मैं थोड़ा
come किया है after an injury, but I used to do horse riding. Mom is a very accomplished cyclist, Okay. जो मुझसे कभी हुआ नहीं 5 मिनट से ज़्यादा. तो I do marathons. हमने लद्दाख में marathon भागा, which is the world's highest altitude marathon. Okay. And swimming and scuba diving. In fact, हमारा ये इंटरव्यू डिले हुआ था क्योंकि मैं स्कूबा ड्राइविंग ट्रिप के लिए गई हुई थी. Okay, so ma'am was saying we are a little busy. अच्छा जी, busy इधर that चल रहे was थे. me. हाँ जी, I was in Thailand for a scuba diving trip. Okay, so how was it? It was absolutely magical. It was absolutely magical. Magical, हाँ जी, और हमने उसकी पिक्चर्स वीडियोस अभी भी देख के हाँ जी, हमारा पूरा ग्रुप में वही चलता है. सुबह शाम हम उसी की वीडियो शेयर करते हैं. ओके एंड बिफोर यू गो बैक टू कनाडा दोबारा दिल करता है फिर इधर जाने का? बहुत. जाके हाँ आओगे जी, फिर? काश. ओके बट थैंक गॉड कि अभी बीच में कुछ दिन मिल गए एंड हाँ जी. यू नो आप दोनों आ पाए स्टूडियो में. It's our pleasure. Yeah, honestly. thank you so much. Okay, now that we are talking about cost of war, Yes. you know, a little light moments, and then of course coming back to the same thing Yes. which we really don't want to miss on. Of course. With time, when you grew up and you got to know that your father won't ever be back. Yes. जब बच्चा होता है तब तो हमें कह दिया जाता है ना पापा हाँ कहीं जी. गए हैं आ जाएंगे पोस्टिंग कहीं और है. जी. एनीथिंग जस्ट हमारे मन को शांत रखने के लिए है ना दिलासा देने के लिए. बट व्हेन यू एक्चुअली गॉट टू नो दैट दिस इज व्हाट हैज हैपेंड सो उस टाइम के इमोशंस अगर शेयर कर पाओ. ऑफ कोर्स उस टाइम पे भी हम बच्चे होते हैं. उस टाइम पे भी इतना नहीं पता होता कि कितना बड़ा लॉस हो गया है. बट देन विद टाइम यू ग्रू अप यू गॉट टू नो ऑफ कोर्स ऑन वन साइड इट्स अ प्राउड मोमेंट. एट द सेम टाइम इट इज अ वेरी वेरी डिफिकल्ट थिंग टू डाइजेस्ट है ना. सो प्लीज शेयर योर इमोशंस अबाउट दैट. ऑफ कोर्स. सो जब मैं छोटी थी मॉम ने कभी भी ऐसा नहीं किया कि पापा की फ़ोटोज़ हटा दी गई हों. पापा हमारी लाइफ में अभी भी रहते हैं. इनफैक्ट आपने देखा होगा हम लोग हमेशा प्रेजेंट टेंस में बात करते हैं पापा के बारे में. वी से दैट ही इज़ नो मोर बट ही इज़ विद अस. वो हमेशा हमारे साथ रहेंगे. और हमारे घर में हर जगह उनकी फ़ोटोज़ लगी हैं. मम्मा पापा की शादी की फ़ोटोज़ जितनी भी हमारे पास हैं उस छोटे टाइम से. तो पापा हमेशा थे वहाँ पे. बट एक क्वेश्चन उठता था कि फादर्स डे आया, पापा कहाँ हैं. हमने उनका बर्थडे सेलिब्रेट किया, पापा कहाँ हैं. तो मॉम मुझे हमेशा बोलती थी कि बड़ी हो जाओ तब बात करेंगे. जब मैं थोड़ी बड़ी हुई तो मैंने पूछा पापा कहाँ हैं. तो उनकी आर्मी यूनिफॉर्म में फ़ोटोज़ तो थी तो पापा की पोस्टिंग कहीं और है. मॉम मुझे जो दर्द उनको हो रहा था उससे थोड़ा सा बचाना चाहती थी. उस दर्द को थोड़ा सा डिले करना चाहती थी. होने तो वाला था ही बट थोड़ा सा और टाइम देना चाहती थी मुझे कि मैं अपना बचपन नॉर्मली जी सकूं. बट यू कांट स्टॉप द वर्ल्ड अराउंड यू. तो आसपास जौन से यूनिट के बच्चे थे उन्होंने बोलना शुरू कर दिया कि योर फादर इज़ नो मोर. उनकी पोस्टिंग कहीं और नहीं है, ये झूठ है. इनफैक्ट देयर यूज्ड टू बी दिस लाइक टॉय टेलीफोन दैट आई यूज्ड टू हैव. क्योंकि बाकी लोगों को यूनिट से कॉल आता था, उनके पेरेंट्स की कहीं और पोस्टिंग है तो कॉल आती थी, मुझे नहीं आती थी. तो आई यूज्ड टू प्रिटेंड कि मुझे उससे कॉल आ रही है एंड आई वुड हैव लाइक मेक बिलीव कॉन्वर्सेशंस एंड एवरीथिंग. बट फाइनली उन्होंने मुझे बोला कि योर फादर इज़ एक्चुअली नो मोर. एंड ये बार बार बोला. दैट्स व्हेन आई कन्फ्रंटेड मम्मा कि ये लोग ये बोल रहे हैं, व्हाट्स द ट्रूथ. एंड मॉम फाइनली टोल्ड मी, शी टोल्ड मी दैट ही इज़ नो मोर, दैट ही वाज अ ग्रेट पर्सन. जो मुझे आज तक सब ने बोला है बट इससे ज़्यादा जब थोड़ा और बड़े हो जाओगे तब बताऊँगी. एंड समथिंग इनसाइड मी ब्रोक. आप किसी से भी बात करेंगे जो मुझे बचपन में जानते थे वो सब बोलेंगे आज तक कि सिमरन आज भी ऐसे गुस्से में बैठी रहती है. क्योंकि आई स्टॉप स्माइलिंग. आई वाज जस्ट लाइक हैव एन एंग्री पाउटी फेस. स्कूल की फ़ोटोज़ से लेके ग्रुप फ़ोटोज़ ले लो, मेरा बस मुँह चिड़ा हुआ है. एंड आई डिडंट नो कि मैं क्या फ़ील कर रही हूँ. वो बहुत बड़े होने के बाद फ़ील हुआ है. आई डिडंट नो कि ये पेन है बट बच्चे बच्चे होते हैं तो पेन के अलावा आसपास की सारी फीलिंग्स हो गई. गुस्सा हो गया, चिढ़ना हो गया. आई नेवर मिसबिहेव विद मॉम बट मैं गुस्से में बैठी रहती थी. एंड उनको भी दिख रहा था कि क्या हो रहा है. उनको मेरे से ज़्यादा समझ में आ रहा था कि क्या हो रहा है. It took me so long to understand what was happening, and that only turned into anger because anger is easier to deal with than pain. It wasn't until Srinagar jab it was like a cataclysmic moment because Srinagar में जब मॉम की पोस्टिंग आई उस टाइम पे it was also a difficult time in the state. Yeah. Now Union Territory about
curfews, दंगे and all that stuff. And आसपास आपको सिटी में कहीं ना कहीं पे go back to India type के नारे दिख जाते थे. And that was very heartbreaking because Srinagar is where I lost him. That was the land that my father died for. And these are the people who don't like us. तो उस चीज़ को accept करना, बहुत अंदर से ही गुस्सा था, बहुत रोना आता था, सब कुछ हो रहा था. But पापा की यूनिट 2RR is what helped me unknowingly. उन्होंने हमें एक बार इनवाइट किया था and वहाँ पे they remember पापा and that changed things for me because we were not the only ones who missed him. They did too, even today. उनका पूरा camp is called Randhawa camp. उनका wall of heroes has his photo on them. They remember him. उनका 2020 something में जब पापा की 25th death anniversary थी, they did an art competition. They do because Papa was an artist as well, and they do tree planting in his honor. They remembered him. His sacrifice was not in vain, and wo love changed the way that I looked at it. I started dealing with the pain that was there rather than being angry that I have lost my father for a country that does not remember him. That pain, I'm sure बहुत शहीदों के बच्चों ने भी फेस किया होगा क्योंकि कभी कभी हम भूल जाते हैं कि विक्ट्री के लिए हमने क्या क्या खोया है. But then there was this realization that yes, country remembers him. Country Everyone remembers him. Yeah. People that he died for remember him. In fact, जिस इनकाउंटर में आई लॉस्ट पापा, उस इनकाउंटर में जो लोग पापा के साथ थे, उनमें से कुछ लोगों ने हमें आज तक बोला हुआ है कि सिमरन की शादी पे चावल हम देंगे क्योंकि बेटी वो हमारी है. Thapar uncle, he told me that you are not just his daughter, you are India's daughter because his blood spilled for India. वो चीज़ें mattered. People remembered him, and long after I am gone, this country will remember him, and this country will remember mom. Of course, yes. And do you think these incidents या these discussions have an impression in your mind जो आपकी writings में भी reflect होता होगा? I think so as well because the first draft था इस book का, that was filled with so much pain, and the last draft of this book का जो अभी available है, that is from a place of healing because तब तक मैंने realize किया कि I am not alone. And there was another person who told me war memorial में खड़े होके कि हम सब लोग चले जाएंगे काफ़ी सालों बाद, we will all be just one with this land, but these soldiers, they will be here. And seeing the impact that my mom and dad have done, I don't care कि मुझे कोई याद रखे या नहीं, but इनका sacrifice कभी खोया नहीं जाना चाहिए. And right. So that's all that matters. Anything from your second book that you would like to talk about, or it is somehow related to army or your life or your pain or something like that? It's actually sort of related and sort of not. It's a poetry book. Yeah. So the poetry book is it's a compilation of poetry. It's called Drifting Tides. It's called Drifting Tides. Drifting Tides, Hansi. And the cover of it is also painted by me. Okay. So this is a poetry book that has poems written throughout my life. So you can also see the transition of from pain to healing throughout it. And her poem ke saath there is a consecutive sketch that goes along with it. So Okay. but there are, as you can see, poems that relate to army life. Yes. Poems that relate to healing from that journey and the processing of it. What's the title of this poem? This is called Child of War. Child of War. Yes. And that's you with your father? Yes, this is me with Papa when I was, I think, a very small baby. Of course, yes. Hanji. We can see that. Very small baby. Yes. Okay. This was actually one of the first poems or the first time I started processing things. Okay. This is a very, very old poem. But I didn't want to change anything, even though आपका writing style बदलता है जब बड़े होते हो. Of course, yes. But I didn't want to edit the pain that I felt in the time. Okay. And what about the third book जो अभी आपके पास भी नहीं है? Third book अभी मेरे पास भी नहीं है क्योंकि मैंने cover complete नहीं किया है. Okay. It's called Love Lorn. That is again a poetry book with sketches on it, but that is story से हटके. All right. जी. While I was looking at your book right now, मैंने देखा कि आपने कुछ tattoos भी बड़े कुछ लिख रखा है tattoos के उसके रूप में. What does the tattoo say?
This tattoo is Mama and Papa ka army numbers. Okay. IC is Papa ka. WS is the number जिसमें Mama commission हुई थी. Okay. Later on, Mom went ahead and she became a permanent commission officer. तो उनका number change हुआ है. Okay. So I'm supposed to add to this. Although Mom कहती हैं कि मुझे इसको scratch करके लिखना चाहिए. For this, read this. You know, the full army style. तो अभी उस पर डिबेट चल रही है कि ये कैसे एडिट होगा. ओके, बट एनीवेज ये एडिट ना भी हो तो आप एक और तो ऐड कर ही सकते हैं. हाँ जी, एक और तो ऐड हो ही सकता है. यस, जहाँ पे मम्मा का आईसी नंबर आएगा. बट नो सजेशंस फ्रॉम माय साइड बिकॉज आई डोंट वांट टू स्टेप इनटू द डिस्कशन ऑफ मदर एंड डॉटर. जो हमारी 2 साल से आर्ग्यूमेंट चल रही है. हाँ जी. So मैं उससे थोड़ा सेफ रहना चाहता हूँ. हाँ जी. This was actually one of my first tattoos because we all want to dedicate something to our parents, and I realized कि I'm very lucky कि I have something so unique in this world. Their army numbers. So this is their tattoo. Amazing. So this is your life till now. Yes. And of course मैम से भी इन चीज़ों के बारे में बात हो ही रही थी. But being an army kid, the life is totally different than life हम लोगों की जिंदगी से, है ना. आपकी पोस्टिंग्स हो रही हैं. बहुत सेंसिटिव प्लेसेस पे भी पोस्टिंग्स रहती हैं जहाँ पे सिर्फ जो जॉब कर रहे हैं सिर्फ उनको खतरा नहीं है. You people are equally in danger. Yes, certainly. If not equally, but still in danger. So your life in army, उसको किसी तरह की पोएट्री में या किसी किस्से में कहीं लिखा है बुक में? So far नहीं लिखा. अभी नहीं लिखा है. Okay. That's like my secret. That's your secret. But if not putting it in poetry, yes. But if you would like to share something before we conclude the show. Of course. Life as an army kid, how do you perceive that? How do you look at that? I look at it exactly as Papa had said. There is no better life than it. जो चीज़ें मैंने फ़ौज में सीखी हैं, एक्स्ट्रा करिकुलर्स छोड़ के, जो आपको बहुत अपॉर्चुनिटीज़ मिलती हैं. आप एक स्टेट के बच्चे नहीं हो. आज तक मुझे कोई भी पूछता है, इनफैक्ट मुझे यहाँ पे भी कोई पूछता है इंडिया में भी कि आप कहाँ से हो, मेरा जवाब कभी भी पंजाब नहीं रहा है. ना मेरा जवाब रहा है कि अगर हमारी पोस्टिंग अम्बाला में है तो हरियाणा, श्रीनगर में है तो कश्मीर, लद्दाख में है तो लद्दाख नहीं. मेरा आंसर हमेशा से रहा है इंडिया, क्योंकि मैं कभी भी एक हिस्से की नहीं रही हूँ, मैं पूरे भारत की हूँ. एंड वो चीज़ जो आपको वैल्यू पता चलती है उस फ्लैग की, क्योंकि आपको पता है पर्सनली कि क्या प्राइस है उस फ्लैग का वहाँ होने का. जब जन गण मन बचता है आप ऑटोमेटिकली खड़े होते हो, बोलना बंद करते हो, क्योंकि आपको पता है उसकी वैल्यू. वो चीज़ आपको आर्मी से सीखने को मिलती है. आपको ये नहीं है कि वो बोल रहे हैं दैट यू हैव टू रिस्पेक्ट द फ्लैग. नो, इट कम्स फ्रॉम विद इन. यू लर्न इट, यू लर्न द वैल्यू ऑफ दिस नेशन. एंड जो आपको कमराडरी मिलती है. आई नेवर फेल्ट अलोन बिकॉज आई वॉज एन आर्मी. मेरा घर कभी भी एक कॉलोनी नहीं रही है. आप मुझे कहीं पे भी आर्मी कैंटोनमेंट में छोड़ दीजिए, दैट फील्स लाइक होम. एंड I cannot imagine a better life than army ever. Yeah. Those are some very, very, deep and strong words. Very deep statement. Thank you so much for sharing everything. But just before we conclude the show, certainly, I would like to listen from you, hear from you, from a writer's perspective as well. Of course. So अभी एक तरफ तो ये narrative build किया जा रहा है कि सिर्फ AI और computers और modern ज़माने में सारा कुछ बस internet ही है. And then there are a lot of youngsters that we as writers see that who are reading and who are writing. But वो चीज़ को, वो नैरेटिव बिल्ड नहीं हो पा रहा, मोटिवेशन नहीं मिल पाती उसको. लोगों को लगता है कि यार रीडिंग तो बस खत्म होने जा रही है, राइटिंग खत्म होने जा रही है. एंड देन वी सी यंगस्टर्स लाइक यू who are writing. You have written one book already which is published, second book is published, not yet out with bulk printing, third is almost ready to be printed. So you are already a writer of 3 books. And then there are a lot of people who are writing and who are reading, but वो चीज़ जाती नहीं है लोगों तक. लोगों को लगता है कि रीडिंग खत्म हो चली है. So as a writer, what would you like to conclude the show with? I would like to say कि AI can copy things very well. Actually, I've seen some of their work and it's very convincing, especially painting and artwork में. But AI cannot make you feel their pain because they've never felt it. It's a system created by us. But जब आप Cost of War पढ़ते हो, आपको पता है कि एक वीर नारी के ऊपर क्या बीती. आपको पता है कि जब एक वो फर्स्ट कॉल आती है, आपको दिल में फील हो रहा है कि मॉम ने क्या फील किया.
जब मैं लिख रही हूँ कि आई जस्ट वॉन्ट माई फादर बैक, आपको पता है कि उसका मतलब क्या है? वो दर्द AI नहीं दे सकता। Exactly. वो लव पोएम ले लीजिए, वो चीज़ें उन्होंने फील नहीं करी हैं। So true. इट्स ईजियर, इट्स चीपर, बिकॉज उसमें किसी की मेहनत या किसी का दर्द नहीं जा रहा है। बट वॉट मेक्स ह्यूमन्स so beautiful and sometimes dangerous is because we can feel the good, the bad, and we can feel so deeply. वो चीज़ एक इंसान ही समझ सकता है। So reading and writing, we might get competition, but वो चीज़ नहीं आ सकती, और रीडिंग एंड राइटिंग कभी ख़त्म भी नहीं हो सकती। कभी ख़त्म नहीं हो सकती, because it's what makes life beautiful. आप you can understand love when you listen to a love song, you can feel the pain of it. आप आज भी किसी से भी पूछ लीजिए बॉर्डर मूवी देख के क्या फील हुआ, सबको पता है। तो वो चीज़ें कहीं नहीं जा सकती, कभी ख़त्म नहीं हो सकती। आपने बॉर्डर मूवी का जिक्र किया जी, एंड उसमें सनी देओल का, जिन्होंने जो किरदार था सनी देओल का, वो रियल लाइफ में ब्रिगेडियर कुलदीप सिंह चांदपुरी सर और उनके बेटे हरदीप चांदपुरी जी, हम लोग लास्ट एक इवेंट में इकट्ठा ही थे, आप भी, यू वर ऑल्सो देयर। एंड यू नो, जहाँ भी अब यू नो आई फील ब्लेस्ड बीइंग एन आर्मी किड। ऑफ कोर्स आपने तो उन चीज़ों के बीच में ज़िंदगी जी है, बट अभी बीइंग इंट्रोड्यूस्ड टू आर्मी एंड सच प्रोमिनेंट पीपल, जब ऐसा कोई नाम लिया जाता है जिससे हम रिलेट करते हैं, आपने बॉर्डर मूवी का जिक्र किया, जब हम छोटे थे बॉर्डर मूवी देखते थे तो सिर्फ एक मूवी लगती थी। अब जब बॉर्डर मूवी देखते हैं और पता है कि वो रियल लाइफ में चांदपुरी सर ने क्या क्या किया, कैसे मैनेज किया, और उनके बेटे हरदीप चांदपुरी जी खुद वो सारी बातें बताते हैं। एंड जो मेरा पॉडकास्ट है द मुबारक शो, इसके पहले गेस्ट फर्स्ट एपिसोड ही हरदीप चांदपुरी सर के साथ था। सो ये जो चीज़ें हैं ये हमें बहुत ब्लेस्ड फील करवाती हैं। एंड आई वुड ऑल्सो डेडिकेट ऑल ऑफ दिस to writing and reading. Yes, certainly. Because only after being a writer I got introduced with all these people and to the podcast as well. Thank you so much for bringing border movie up. My pleasure. मैंने तो इसलिए बोला था कि जब मैं छोटी थी मुझे हमेशा बोला जाता था कि जो सनी देओल का कैरेक्टर है that resembles पापा a lot. तो जब मैं छोटी थी that was my image of पापा. जी. Thank you so much for sharing everything here, Simran. Thank you so much for being on the Mubarak Show. Thank you so much for having me. It has been an absolute pleasure. Thank you. Thank you for taking our time. So that was Simran Randhawa with us, and ਉਸ ਤੋਂ ਪਹਿਲਾਂ ਰਵਿੰਦਰਜੀਤ ਰੰਧਾਵਾ ਮੈਮ ਨੇ ਸਾਰੀਆਂ ਗੱਲਾਂ ਬਹੁਤ ਦਿਲੋਂ ਸ਼ੇਅਰ ਕੀਤੀਆਂ। ਇੱਕ ਮਦਰ ਤੇ ਇੱਕ ਡਾਟਰ ਆਪਣੀ ਆਪਣੀ ਜਗ੍ਹਾ ਤੇ ਇਮੋਸ਼ਨਸ ਐਕਸਪ੍ਰੈਸ ਕਰ ਰਹੇ ਹੈ, ਇੱਕ ਲਿਖ ਕੇ ਕਰ ਰਹੇ ਹੈ, ਇੱਕ ਬੋਲ ਕੇ ਕਰ ਰਹੇ ਹੈ। ਸਿਮਰਨ ਇਜ਼ ਰਾਈਟਿੰਗ ਅਬਾਊਟ ਇਟ, ਦ ਟਾਈਟਲ ਇਟਸੈਲਫ ਇਜ਼ ਯੂ ਨੋ ਵੈਰੀ ਡੀਪ, ਕਾਸਟ ਆਫ ਵਾਰ। ਐਂਡ ਦੈਨ ਮੈਮ ਲੈਫਟੀਨੈਂਟ ਕਰਨਲ ਰਵਿੰਦਰਜੀਤ ਰੰਧਾਵਾ ਮੈਮ, ਉਹਨਾਂ ਨੇ ਬੋਲ ਕੇ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ, ਕਿਵੇਂ ਕਿਵੇਂ ਉਹ ਦੌਰ ਨਿਕਲਿਆ, ਕਿਵੇਂ ਉਸ ਤੋਂ ਬਾਅਦ ਹੌਸਲੇ ਨਾਲ ਜ਼ਿੰਦਗੀ ਜੀ, ਅਤੇ ਅੱਜ ਵੀ ਰਿਟਾਇਰ ਹੋਣ ਤੋਂ ਬਾਅਦ ਉਹ ਰਿਟਾਇਰਮੈਂਟ ਫੇਜ਼ ਵਾਲੀ ਇੱਕ ਫੀਲਿੰਗ ਨਹੀਂ ਲੈ ਕੇ ਰੱਖ ਰਹੇ, ਹਜੇ ਵੀ ਉਹ ਜ਼ਿੰਦਾ ਦਿਲੀ ਕਾਇਮ ਹੈ। ਜੋ ਮੈਮ ਦੇ ਵਿੱਚ ਹੈ ਸੇਮ ਚੀਜ਼ ਆਪਾਂ ਉਹਨਾਂ ਦੀ ਡਾਟਰ ਸਿਮਰਨ ਵਿੱਚ ਵੀ ਦੇਖ ਸਕਦੇ ਹਾਂ। ਆਈ ਹੋਪ ਤੁਹਾਨੂੰ ਇਹ ਸਾਰੀਆਂ ਗੱਲਾਂ ਬਾਤਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਸਮਥਿੰਗ ਇਮੋਸ਼ਨਲ, ਐਟ ਦ ਸੇਮ ਟਾਈਮ ਸਮ ਲਾਈਟ ਮੂਮੈਂਟਸ, ਹਸੀ ਮਜ਼ਾਕ, ਇਹ ਸਾਰਾ ਕੁਛ ਹੀ ਆਪਣੀ ਜ਼ਿੰਦਗੀ ਦਾ ਹਿੱਸਾ ਹੈ, ਸਾਰਾ ਕੁਛ ਹੀ ਆਪਣੀ ਜ਼ਿੰਦਗੀ ਨੂੰ ਕੰਪਲੀਟ ਕਰਦਾ ਹੈ। ਆਈ ਹੋਪ ਯੂ ਵਿਲ ਸਟੇ ਕਨੈਕਟਿਡ ਫॉर ਫਿਊਚਰ ਐਜ਼ ਵੈਲ। ਅੱਜ ਦੇ ਲਈ ਇੰਨਾ ਹੀ, ਸਾਨੂੰ ਦਿਓ ਇਜਾਜ਼ਤ। ਅਗਲੇ ਐਪੀਸੋਡ ਵਿੱਚ ਅਗਲੇ ਗੈਸਟ ਨਾਲ ਫਿਰ ਮੁਲਾਕਾਤ ਹੋਊਗੀ। ਟਿਲ ਦੈਨ ਟੇਕ ਕੇਅਰ, ਸਤਿ ਸ਼੍ਰੀ ਅਕਾਲ।